ਵਿਜ਼ਨ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਔਰ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਇਆ ਕਰਦੇ ਹਾਂ ਔਰ ਇਸ ਪ੍ਰੋਗਰਾਮ ਦਾ ਸਮਾਂ ਹੈ ਜੋ ਉਹ 7 ਤੋਂ 8 ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਔਰ ਵਿਸ਼ਾ ਅਤੇ ਮਹਿਮਾਨ ਕੋਸ਼ਿਸ਼ ਹੁੰਦੀ ਹੈ ਕਿ ਨਵਾਂ ਔਰ ਆਥੈਂਟਿਕ ਜਾਣਕਾਰੀ ਵਾਲਾ ਅਸੀਂ ਤੁਹਾਡੇ ਰੂਬਰੂ ਕੀਤਾ ਜਾਵੇ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖਦੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ 'ਤੇ ਵੀ ਦੇਖ ਸਕਦੇ ਹੋ ਅਗਰ ਕਿਸੇ ਵਜ੍ਹਾ ਕਰਕੇ ਪ੍ਰੋਗਰਾਮ ਦੇਖਣੋਂ ਖੁੰਝ ਜਾਂਦੇ ਆ ਜਾਂ ਰਹਿ ਗਿਆ ਤਾਂ ਤੁਸੀਂ ਫੇਸਬੁੱਕ ਉੱਪਰ ਜਾਣਾ ਤਾਂ ਸਰਚ ਕਰਿਓ ਤੁਸੀਂ ਵਿਜ਼ਨ ਪੰਜਾਬ ਟੀਵੀ ਕੈਨੇਡਾ ਅਤੇ ਉਹਦੇ ਉੱਪਰ ਜਿੰਨੇ ਵੀ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ ਚਾਹੇ ਕੈਨੇਡਾ ਤੋਂ ਆ ਚਾਹੇ ਇੰਡੀਆ ਤੋਂ ਆ ਚਾਹੇ ਹੋਰ ਸਾਡੇ ਸਟੂਡੀਓਜ਼ ਤੋਂ ਆ ਉਹ ਸਾਰੇ ਦੇ ਸਾਰੇ ਲਿੰਕ ਉੱਥੇ ਮੌਜੂਦ ਨੇ ਤੁਸੀਂ ਜਦੋਂ ਮਰਜ਼ੀ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਔਰ ਫੀਡਬੈਕ ਆਪਣੀ ਜ਼ਰੂਰ ਦਿਆ ਕਰੋ ਫੀਡਬੈਕ ਦੇਣੀ ਨਾ ਭੁੱਲਿਆ ਕਰੋ ਕਿਸੇ ਵੀ ਕਿਸਮ ਦੀ ਜਾਂ ਜਿੰਨੇ ਵੀ ਸਾਡੇ ਪ੍ਰੋਗਰਾਮ ਇਸ 'ਤੇ ਪੇਸ਼ ਹੁੰਦੇ ਨੇ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਹੋਰ ਚੰਗਾ ਔਰ ਵਧੀਆ ਇੱਕ ਉਮਦਾ ਦਰਜੇ ਦਾ ਅਸੀਂ ਪ੍ਰੋਗਰਾਮ ਤੁਹਾਡੀ ਨਜ਼ਰ ਕਰ ਸਕੀਏ ਇਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਔਰ ਅੱਜ ਇੱਕ ਅਜਿਹੇ ਵਿਸ਼ੇ ਉੱਪਰ ਚਾਨਣਾ ਪਾ ਰਹੇ ਹਾਂ ਜਿਹਦੇ ਬਾਰੇ ਕੈਨੇਡਾ ਦੇ ਵਿੱਚ ਜੇ ਗੱਲ ਕਰੀਏ ਤਾਂ ਪੂਰੇ ਜਿੰਨੇ ਵੀ ਕੈਨੇਡਾ ਦੇ ਪ੍ਰੋਵਿੰਸਸ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਖਾਸ ਧਿਆਨ ਰੱਖਿਆ ਜਾਂਦਾ ਜਿਵੇਂ ਅਸੀਂ ਪਰਸਨਲ ਇੰਜਰੀ ਦੀ ਗੱਲ ਕਰਦੇ ਹਾਂ ਕਿ ਕੋਈ ਐਕਸੀਡੈਂਟ ਹੋ ਗਿਆ ਜਾਂ ਵੈਸੇ ਤੁਸੀਂ ਡਿੱਗੇ ਹੋ ਕਿਸੇ ਪੌੜੀਆਂ ਤੋਂ ਤਿਲਕ ਗਏ ਜਾਂ ਸਨੋਹ ਦੇ ਵਿੱਚ ਤਿਲਕ ਕੇ ਤੁਹਾਡੇ ਸੱਟ ਫੇਟ ਲੱਗ ਜਾਂਦੀ ਹੈ ਅਜਿਹੀਆਂ ਅੱਜ ਗੱਲਾਂ ਕਰਾਂਗੇ ਕਿ ਸਾਨੂੰ ਪਰਸਨਲ ਇੰਜਰੀ ਅਸੀਂ ਬੇਸਿਕਲੀ ਕਹਿੰਦੇ ਕਿਹਨੂੰ ਆ ਔਰ ਉਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਔਰ ਜੇ ਅਗਰ ਤੁਹਾਡੇ ਸੱਟ ਫੇਟ ਲੱਗ ਵੀ ਗਈ ਆ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਸਰਵਾਈਵ ਕਰਨਾ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਘਰਾਂ ਦੀਆਂ ਜਾਂ ਆਪਣੇ ਬਿਜ਼ਨਸ ਨੂੰ ਕਿਵੇਂ ਸਰਵਾਈਵ ਕਰਨਾ ਔਰ ਇਸ ਤੋਂ ਇਲਾਵਾ ਪਿਛਲੇ ਦਿਨੀ ਜਿਹੜੇ ਕਾਨੂੰਨ ਨੂੰ ਤੋੜਨ ਦੇ ਜਾਂ ਕਹਿ ਲਓ ਬਾਇਲਾ ਨੂੰ ਤੋੜਨ ਦੇ ਜਿਹੜੇ ਕੇਸ ਸਾਹਮਣੇ ਆਏ ਨੇ ਉਹਨਾਂ ਬਾਰੇ ਅਸੀਂ ਚਰਚਾ ਕਰਾਂਗੇ ਕਾਨੂੰਨ ਦੇ ਮਾਹਰ ਜਾਂ ਇਹ ਕਹਿ ਲਓ ਕਿ ਲਾਅ ਦੇ ਵਿੱਚ ਗਹਿ ਕੱਢਵੀਂ ਜਾਣਕਾਰੀ ਰੱਖਣ ਵਾਲੇ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਆਏ ਨੇ ਉਹਨਾਂ ਦਾ ਨਾਮ ਹੈ ਪੌਲ ਗਿੱਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਗਿੱਲ ਸਾਹਿਬ Thank you, Raman ji. Sat Shri Akal ਸਾਰੇ ਦਰਸ਼ਕਾਂ ਨੂੰ thank you very much for having me on the show here today. ਸਾਡੀ ਵੀ ਖੁਸ਼ੀ ਹੈ ਕਿ ਤੁਸੀਂ ਅੱਜ ਸਟੂਡੀਓ ਦੇ ਵਿੱਚ ਆ ਕੇ ਆਪਣੀਆਂ ਜਿਹੜੀਆਂ ਕਾਨੂੰਨ ਸੰਬੰਧੀ ਜਿਹੜੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋਗੇ ਔਰ ਸਾਨੂੰ ਇਹ ਵੀ ਆਸ ਹੈ ਕਿ ਜੋ ਤੁਸੀਂ ਜਾਣਕਾਰੀ ਅੱਜ ਦਰਸ਼ਕਾਂ ਨੂੰ ਦਿਓਗੇ ਉਹਦੇ ਤੋਂ ਜਿਹੜੇ ਦਰਸ਼ਕ ਹੈ ਜ਼ਰੂਰ ਲਾਭ ਲੈਣਗੇ ਹਾਂਜੀ ਸਾਡੀ ਆਹੀ ਮਕਸਦ ਗੋਲ ਹੈਗੀ ਅੱਜ ਕੇ ਜਿਹੜੇ ਆਪਣੇ ਕਾਨੂੰਨ ਹੈਗੇ ਆ ਕੈਨੇਡਾ ਦੇ ਜਿਹੜੇ ਅੱਜ ਰਮਨ ਭਾਜੀ ਆਪ ਗੱਲ ਕਰਦੇ ਸੀ ਆਪਣੇ ਜਿਹੜੇ ਰੀਸੈਂਟਲੀ ਪ੍ਰੋਬਲਮ ਆਈ ਸੀ ਅੰਟੈਰੀਓ ਵਿੱਚ ਬਰੈਂਪਟਨ ਵਿੱਚ ਆਪਣੇ ਜਿਹੜੇ ਹੈਗੇ ਆ ਟ੍ਰੈਸਪੈਸਿੰਗ ਐਕਟ ਦੇ ਤੌਰ 'ਤੇ ਹਾਂ ਆਪਾਂ ਉਹਦੇ ਬਾਰੇ ਡਿਸਕਸ ਕਰੂੰਗੇ ਅਤੇ ਮੈਂ ਆਪਣੀ ਓਪੀਨੀਅਨ ਜ਼ਰੂਰ ਦਊਂਗਾ ਜੀ ਹਾਂਜੀ ਸੋ ਮੈਂ ਦੱਸ ਦੇਵਾਂ ਕਿ ਪੌਲ ਗਿੱਲ ਹੋਰਾਂ ਬਾਰੇ ਕਿ ਇਹ ਇੱਕ ਇੱਥੇ ਵਕੀਲ ਦੇ ਤੌਰ 'ਤੇ ਇਹਨਾਂ ਦਾ ਕਿੱਤਾ ਹੈ ਜੋ ਇੱਕ ਲਾਇਰ ਦੇ ਤੌਰ 'ਤੇ ਕੰਮ ਕਰ ਰਹੇ ਆ ਔਰ ਬੜੇ ਹੀ ਯੰਗ ਤੁਸੀਂ ਦੇਖ ਰਹੇ ਹੋ ਇੱਕ ਨੌਜਵਾਨ ਪੀੜ੍ਹੀ ਨੂੰ ਵੀ ਰਿਪਰੈਜ਼ੈਂਟ ਕਰਦੇ ਆ ਔਰ ਜਿੰਨੇ ਵੀ ਸਟੂਡੈਂਟਸ ਅੱਜ ਸਾਡਾ ਪ੍ਰੋਗਰਾਮ ਦੇਖਣਗੇ ਜਾਂ ਪ੍ਰੋਗਰਾਮ ਤੋਂ ਬਾਅਦ ਵੀ ਜਿਹੜਾ ਲਿੰਕ ਸ਼ੇਅਰ ਕੀਤਾ ਜਾਏਗਾ ਫੇਸਬੁੱਕ ਦੇ ਉੱਪਰ ਜਿੱਥੇ ਇਹ ਨੌਜਵਾਨ ਪੌਲ ਗਿੱਲ ਪਿਛਲੇ ਲੰਮੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਇਸ ਕਿੱਤੇ ਦੇ ਵਿੱਚ ਨੇ ਉੱਥੇ ਇੱਕ ਇੰਸਪਾਇਰ ਵੀ ਕਰ ਰਿਹਾ ਨਵੀਂ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਕਿ ਅਸੀਂ ਜਿਵੇਂ ਇਕੱਲਾ ਇਹ ਨਹੀਂ ਕਿ ਖੌਰੂ ਪਾਉਣਾ ਜਾਂ ਐਸ਼ ਪ੍ਰਸਤੀ ਕਰ ਲੈਣੀ ਜਾਂ ਖੜਮਸਤੀ ਕਰ ਲੈਣੀ ਇਹ ਨੌਜਵਾਨ ਪੀੜ੍ਹੀ ਦਾ ਕੰਮ ਹੁੰਦਾ ਨੌਜਵਾਨ ਪੀੜ੍ਹੀ ਦਾ ਇਹ ਵੀ ਕੰਮ ਹੁੰਦਾ ਕਿ ਚੰਗੀਆਂ ਮੱਲਾਂ ਪੋਜ਼ੀਟਿਵ ਮੱਲਾਂ ਮਾਰੀਆਂ ਜਾਣ ਉਹਨਾਂ ਵਿੱਚੋਂ ਇੱਕ ਪੌਲ ਗਿੱਲ ਇਹ ਅੱਜ ਤੁਹਾਨੂੰ ਦੱਸਣਗੇ ਕਿ ਕਿਵੇਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਉਹਨਾਂ ਸਾਲਾਂ ਨੂੰ ਜਿਹੜੇ ਸਾਲ ਜਿਹੜੇ ਇੰਜੋਇਮੈਂਟ ਵਾਲੇ ਉਹਨਾਂ ਤੋਂ ਇੰਜੋਇਮੈਂਟ ਕਰਦੇ ਹੋਏ ਵੀ ਇਹਨਾਂ ਆਪਣੀ ਪੜ੍ਹਾਈ ਪੂਰੀ ਕਰਕੇ ਇੱਕ ਵਕੀਲ ਦੇ ਕਿੱਤੇ ਨੂੰ ਚੁਣਿਆ ਔਰ ਬਹੁਤ ਉਮਦਾ ਦਰਜੇ ਦੇ ਵਕੀਲ ਨੇ ਸੋ ਆਓ ਜਾਣਦੇ ਇਹਨਾਂ ਤੋਂ ਇਹਨਾਂ ਦੀ ਜਾਣਕਾਰੀ ਦੇ ਕੁਝ ਪਹਿਲੂ ਔਰ ਤੁਸੀਂ ਵੀ ਉਹਦਾ ਲਾਹਾ ਲਓ ਸੀ ਸੋ ਪੌਲ ਜੀ ਜਿਹੜੇ ਪਿਛਲੀ ਦਿਨੀ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ ਪਿਛਲੀ ਦਿਨੀ ਆਪਾਂ ਦੇਖਿਆ ਕਿ ਸਾਡੇ ਇੱਥੇ ਪਲਾਜ਼ਿਆਂ ਦੇ ਵਿੱਚ ਜਿਹੜੇ ਲੋਕਲ ਸਟੂਡੈਂਟਸ ਆ ਜਾਂ ਹੋਰ ਵੀ ਸਟੂਡੈਂਟਸ ਕਹਾਂ ਨੌਜਵਾਨ ਕਹਾਂ ਕੋਈ ਵੀ ਹੋ ਸਕਦਾ ਕਾਨੂੰਨ ਨੂੰ ਕਈ ਵਾਰੀ ਕਹਿੰਦੇ ਕਿ ਟਿੱਚ ਜਾਣਦੇ ਆ ਸੋ ਇਹ ਜਿਹਾ ਕਿਉਂ ਹੁੰਦਾ ਜਾਂ ਤੁਸੀਂ ਵੀ ਇੱਕ ਯੰਗ ਬਲੱਡ ਆ ਤੁਸੀਂ ਵੀ ਜਾਣਦੇ ਹੋ ਨੌਜਵਾਨ ਪੀੜ੍ਹੀ ਕੀ ਸੋਚਦੀ ਹੈ ਸੋ ਕਿਉਂ ਕਾਨੂੰਨ ਨੂੰ ਕਾਨੂੰਨ ਨਹੀਂ ਸਮਝਿਆ ਜਾਂਦਾ ਜਾਂ ਜੇ ਕਾਨੂੰਨ ਨੂੰ ਤੋੜਦੇ ਵੀ ਹੈ ਤਾਂ ਉਹਨਾਂ ਦੇ ਜ਼ਿਹਨ 'ਚ ਕੀ ਚੱਲ ਰਿਹਾ ਹੁੰਦਾ ਕਿ ਉਹਨਾਂ ਨੂੰ ਡਰ ਨਹੀਂ ਲੱਗਦਾ
ਜਿਹੜੀ ਮੇਰੀ ਆਪਣੀ ਪਰਸਨਲ ਓਪੀਨੀਅਨ ਆ ਤੇ ਜਿਸ ਤਰ੍ਹਾਂ ਹੁਣ ਆਪਾਂ ਕਹਿ ਨਹੀਂ ਸਕਦੇ ਕਿ ਉਸ ਦਿਨ ਕੀ ਹੋਇਆ ਹੋਊਗਾ ਤੇ ਕੀ ਨਹੀਂ ਹੋਇਆ, ਪਰ ਆਈ ਥਿੰਕ ਜਿਹੜੀ ਯੰਗ ਬਲੱਡ ਆ ਹਨਾ, ਹੁਣ ਆਪਾਂ ਵੀ ਉਹੀ ਜ਼ਿੰਦਗੀ ਜੀ ਚੁੱਕੇ ਹਾਂ, ਤੁਸੀਂ ਵੀ ਰੋਣਨ ਭਾਜੀ ਯੰਗ ਸੀ ਇਸ ਇੱਕ ਟਾਈਮ ਤੇ ਬੇਸਿਕਲੀ ਮੇਰਾ ਓਪੀਨੀਅਨ ਆਹੀ ਆ ਕਿ ਨਹੀਂ ਸੋਚਦੇ ਰਾਈਟ, ਉਹਨਾਂ ਦਾ ਖਿਆਲ ਵਿੱਚ ਆਹ ਨਹੀਂ ਹੁੰਦਾ ਹਨਾ, ਜਿੰਨਾ ਉਹਨਾਂ ਦੇ ਦੋਸਤ ਉੱਥੇ ਨਾਲ ਬੈਠੇ ਹੁੰਦੇ ਆ ਹਨਾ, ਉਹਨਾਂ ਦੀ ਲਾਸਟ ਵਰਡ ਆਹੀ ਹੁੰਦੀ ਹੈ ਕਿ ਕਾਨੂੰਨ ਦੇ ਤੌਰ ਆਪਾਂ ਸਹੀ ਤੁਰਦੇ ਆ ਕਿ ਨਹੀਂ ਸਹੀ ਤੁਰਦੇ ਆ, ਉਹਨਾਂ ਦੀ ਲਾਸਟ ਮਨ ਵਿੱਚ ਆਹੀ ਗੱਲ ਹੁੰਦੀ ਆ ਕਿ ਆਪਾਂ ਕੀ ਕਰ ਰਹੇ ਆ ਹਨਾ, ਉਹ ਬਸ ਇੰਜੋਇਮੈਂਟ ਵਾਸਤੇ ਬੈਠੇ ਹੁੰਦੇ ਨੇ ਹਨਾ। ਪਰ ਜਦੋਂ ਗਿੱਲ ਸਾਹਿਬ, ਜਦੋਂ ਆਪਾਂ ਦੇਖਦੇ ਆ ਵੀ ਆਪਾਂ ਜਦੋਂ ਨਾਲ ਦੇ ਮਗਰ ਲੱਗ ਕੇ ਆਪਾਂ ਕਈ ਵਾਰੀ ਕਹਿੰਦੇ ਆ ਵੀ ਜਿਵੇਂ ਹੁਣ ਡਰਿੰਕ ਕੀਤੀ ਆ, ਕੋਈ ਗੱਲ ਨਹੀਂ ਤੂੰ ਨਾਲ ਦੇ ਕਹਿੰਦੇ ਆ ਤੂੰ ਕੋਈ ਨਹੀਂ ਡਰਾਈਵ ਕਰ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਤੇ ਸਾਨੂੰ ਪੁਲਿਸ ਵਾਲਾ ਘੇਰ ਲੈਂਦਾ, ਸਾਨੂੰ ਚਾਰਜਸ ਦਿੰਦਾ, ਈਵਨ ਕਿ ਕਈ ਸਟੂਡੈਂਟਸ ਦੀ ਜਿਹੜੀ PR ਵੀ ਰੱਦ ਹੋ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਡਰਿੰਕ ਐਂਡ ਡਰਾਈਵ ਦੇ ਵਿੱਚ ਫੜੇ ਜਾਂਦੇ ਆ ਤਾਂ ਤੁਹਾਡੇ ਜਿਹੜੇ ਕ੍ਰਿਮੀਨਲ ਚਾਰਜਸ ਵੀ ਲੱਗਦੇ ਆ ਤੁਹਾਨੂੰ, ਕਿ PR ਤੋਂ ਵੀ ਤੁਹਾਨੂੰ ਕਈ ਵਾਰੀ ਹੱਥ ਧੋਣੇ ਪੈਂਦੇ ਆ। ਉਦੋਂ ਅਸੀਂ ਯਾਰੀ ਦੋਸਤੀ ਨੂੰ ਕਈ ਵਾਰੀ ਅਸੀਂ ਅਹਿਮ ਮੰਨ ਲੈਂਦੇ ਆ, ਪਰ ਉਹਦੀ ਯਾਰੀ ਦੋਸਤੀ ਦੀ ਆੜ ਦੇ ਵਿੱਚ ਬਹੁਤ ਵੱਡਾ ਫੈਸਲਾ ਕਰਦੇ ਨੇ, ਜਿਹਦੇ ਨਾਲ ਸਾਡੀ ਜਿਹੜਾ ਕਰੀਅਰ ਹੈ, ਸਾਡੇ ਜ਼ਿੰਦਗੀ ਦਾ ਕਰੀਅਰ, ਉਹ ਵੀ ਤਬਾਹ ਹੋ ਜਾਂਦਾ ਹੈ। ਹਾਂਜੀ, ਨਹੀਂ ਤੁਹਾਡੀ ਗੱਲ ਐਬਸੋਲੂਟਲੀ ਸਹੀ ਆ, ਪਰ ਆਈ ਥਿੰਕ ਜਿਹੜੇ ਆਪਣੇ ਯੰਗ ਹੈਗੇ ਨੇ ਪੀੜ੍ਹੀ ਹਨਾ, ਉਹ ਇਸ ਤਰ੍ਹਾਂ ਹੀ ਸੋਚਦੀ ਹੈ ਕਿ ਫਿਊਚਰ ਵਿੱਚ ਕੀ ਹੋਊਗਾ, ਉਸ ਟਾਈਮ ਤੇ ਸੋਚਦੇ। ਤੇ ਆਲਸੋ ਆਪਣੇ ਜਿਹੜਾ ਪੀਅਰ ਪ੍ਰੈਸ਼ਰ ਹੁੰਦਾ ਆ, ਪੀਅਰ ਪ੍ਰੈਸ਼ਰ ਕਾਫੀ ਹੁੰਦਾ ਵਾ, ਤੁਸੀਂ ਹੁਣ 5 ਦੋਸਤਾਂ ਨਾਲ ਬੈਠੇ ਆ ਜੀ, 4-5 ਸਾਰੇ ਪੀ ਰਹੇ ਨੇ ਹਨਾ, ਤੇ ਤੁਸੀਂ ਵੀ ਨਾਲ ਪੀ ਰਹੇ ਆ, ਸੋ ਉਹਨਾਂ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦਾ ਕਿ ਮੈਂ ਖੜੇ ਹੋ ਕੇ ਉਹਨਾਂ ਕੋਲ ਕਿਸੇ ਨੂੰ ਰੋਕਾਂ ਚੀਜ਼ ਤੋਂ ਹਨਾ, ਜਾਂ ਆਹ ਬੰਦੇ ਨੇ ਗੱਡੀ ਚਲਾਉਣੀ ਆ, ਹੁਣ ਮੈਂ ਇਹਨੂੰ ਰੋਕਾਂ, ਇਹਨੇ ਮੈਨੂੰ ਵੀ ਘਰ ਛੱਡਣਾ ਸੀਗਾ, ਮੈਂ ਵੀ ਸ਼ਾਇਦ ਟੈਕਸੀ ਨੂੰ ਫੋਨ ਕਰਕੇ ਘਰੇ ਜਾ ਸਕਦਾ, ਪਰ ਨਹੀਂ ਜਾਂਦੇ ਹਨਾ, ਨਹੀਂ ਫੋਨ ਕਰਦੇ, ਤੇ ਨਾਲੇ ਉਹਨੇ ਉਸ ਟਾਈਮ ਤੇ ਇੰਟੌਕਸੀਕੇਸ਼ਨ ਵੀ ਹੁੰਦੀ ਆ, ਉਸ ਟਾਈਮ ਤੇ ਬੰਦਾ ਰਾਈਟ ਮਾਈਂਡ ਤੇ ਸੋਚਦਾ ਨਹੀਂ ਆ, ਤੇ ਉਸ ਬੰਦੇ ਨਾਲ ਉਹਨਾਂ ਨੇ ਦੋਸਤਾਂ ਨੇ ਕੱਲ੍ਹ ਨੂੰ ਵੀ ਮਿਲਣਾ ਆ, ਉਹ ਇਸ ਤਰ੍ਹਾਂ ਨਹੀਂ ਚਾਹੁੰਦੇ ਕਿ ਮੈਂ ਇਸ ਤਰ੍ਹਾਂ ਦਾ ਦੋਸਤ ਵੀ ਮੇਰਾ ਨਾ ਇਸ ਤਰ੍ਹਾਂ ਦਾ ਹੋ ਜਾਵੇ ਕਿ ਮੈਂ ਕੋਈ ਇਹਨਾਂ ਦੇ ਨਾਲ ਜਿਹੜੀ ਉਹ ਇੰਜੋਇਮੈਂਟ ਕਰਦੇ ਉਹ ਉਹਨਾਂ ਦੀ ਰੂਇਨ ਕਰਦਾ ਪਿਆ, ਰਾਈਟ, ਫਿਰ ਕੱਲ੍ਹ ਨੂੰ ਨਹੀਂ ਉਹਨਾਂ ਨੇ ਮੈਨੂੰ ਫੋਨ ਕਰਨਾ, ਮੇਰੀ ਜਿਹੜੀ ਪਾਰਟੀ ਆ ਜਾਂ ਮੇਰਾ ਜਿਹੜਾ ਸਰਕਲ ਬਣਿਆ ਸ਼ਾਇਦ ਉਹ ਕਿਤੇ ਟੁੱਟ ਨਾ ਜਾਵੇ, ਬੇਸਿਕਲੀ ਇਸ ਤਰ੍ਹਾਂ ਹੀ। ਹਾਂਜੀ, ਸੋ ਉਹਦੇ ਕਰਕੇ ਕਈ ਵਾਰੀ ਅਸੀਂ ਕੁਛ ਅਜਿਹਾ ਵੀ ਕਰ ਪੈਂਦੇ ਆ, ਬਾਅਦ ਦੇ ਵਿੱਚ ਸਾਡੀ ਜਿਹੜੀ ਜ਼ਿੰਦਗੀ ਆ ਕਈ ਵਾਰੀ ਦਾਅ ਤੇ ਲੱਗ ਜਾਂਦੀ। ਸੋ ਦਰਸ਼ਕੋ, ਅਗਰ ਕਿਸੇ ਕਿਸਮ ਦਾ ਸਵਾਲ ਹੋਇਆ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਆ, ਜਾਂ ਸਾਡੇ ਕੋਲੇ ਅੱਜ ਨੌਜਵਾਨ ਵਕੀਲ ਸਾਡੇ ਕੋਲੇ ਪਹੁੰਚੇ ਨੇ, ਤੁਸੀਂ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਨੇ? ਪਿਛਲੇ ਦਿਨੀ ਜਿਹੜੇ 23 ਲੋਕਾਂ ਨੂੰ ਫਿਰ ਇੱਕ ਪਲਾਜ਼ੇ ਦੇ ਵਿੱਚ ਚਾਰਜ ਕੀਤਾ ਗਿਆ, ਉਹ ਕਿਉਂ ਕੀਤਾ ਗਿਆ ਉਹਦੇ ਬਾਰੇ ਵੀ ਅਸੀਂ ਜਾਣਾਂਗੇ, ਪਰ ਇੱਕ ਮੋਟਾ ਜਿਹਾ ਤੁਹਾਨੂੰ ਦੱਸ ਦੇਵਾਂ ਨੁਕਤਾ ਇਹ ਆ ਕਿ ਉਹਨਾਂ ਨੂੰ ਸਿਰਫ ਗੇੜੀਆਂ ਲਾਉਣ ਦੇ ਲਈ, ਕਿ ਉਹ ਗੇੜੀਆਂ ਲਾ ਰਹੇ ਸੀ ਜਾਂ ਮਿਊਜ਼ਿਕ ਵਜਾ ਰਹੇ ਸੀ, ਤਾਂ ਪਿਛਲੇ ਦਿਨੀ ਉਸ ਤੋਂ ਜੇ ਗੱਲ ਕਰੀਏ ਕਿ 3-4 ਵੀਕ ਪਹਿਲਾਂ ਵੀ ਜਿਹੜੇ ਅਜਿਹੇ ਹੀ ਕੁਝ 20-22 ਜਾਣਿਆਂ ਨੂੰ ਟਿਕਟਾਂ ਮਿਲੀਆਂ ਸੀ, ਤਾਂ ਹੁਣ 23 ਜਾਣਿਆਂ ਨੂੰ ਫਿਰ ਟਿਕਟਾਂ ਦਿੱਤੀਆਂ ਪੁਲਿਸ ਨੇ, ਔਰ ਘੇਰ ਕੇ ਕਿ ਵੀ ਤੁਸੀਂ ਕਿਉਂ ਗੇੜੀਆਂ ਲਾ ਰਹੇ ਸੀ, ਤਾਂ ਉਹਦੇ ਕਰਕੇ ਇਹਨਾਂ ਨੂੰ ਚਾਰਜ ਕੀਤਾ ਗਿਆ। ਔਰ ਕੀ ਤੁਹਾਡੇ ਸਵਾਲ ਨੇ, ਸੁਝਾਅ ਨੇ, ਕਿਵੇਂ ਰੋਕਿਆ ਜਾ ਸਕਦਾ ਇਸ ਚੀਜ਼ ਨੂੰ, ਔਰ ਇਹ ਜਿਹੜੇ ਅਸੀਂ ਆਪਣੇ ਮਨਾਂ ਦੇ ਵਿੱਚ ਜਾਂ ਆਪਣੇ ਦਿਲਾਂ ਦੇ ਵਿੱਚ ਸੋਚਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ ਹੋਣਾ ਚਾਹੀਦਾ, ਤੁਸੀਂ ਹੁਣ ਸਵਾਲ ਕਰੋ। 905-790-9099 ਸਟੂਡੀਓ ਦੇ ਨੰਬਰ ਹੈ। ਔਰ ਅੱਜ ਨੌਜਵਾਨ ਸਾਡੇ ਕੋਲੇ ਪੌਲ ਗਿੱਲ ਪਹੁੰਚੇ ਨੇ, ਵਕੀਲ ਨੇ, ਇਹਨਾਂ ਦੇ ਵੀ ਰਾਏ ਮਸ਼ਵਰਾ ਲੈ ਸਕਦੇ ਹਾਂ। ਸੋ ਗਿੱਲ ਸਾਹਿਬ, ਅਗਲਾ ਮੈਂ ਤੁਹਾਡੇ ਤੋਂ ਕੁਐਸਚਨ ਕਰਾਂ ਕਿ ਜਿਹੜਾ 23 ਲੋਕਾਂ ਨੂੰ, ਮੈਂ ਹੁਣੀ ਦੱਸ ਕੇ ਹਟਿਆ, ਪਿਛਲੇ ਦਿਨੀ ਜਿਹੜਾ 23 ਲੋਕਾਂ ਨੂੰ ਟਿਕਟ ਮਿਲੀ ਆ, ਉਹਨਾਂ ਦੇ ਵਿੱਚੋਂ ਨੌਜਵਾਨ ਜ਼ਿਆਦਾ ਹੈ। ਹੁਣ ਮੈਂ ਕੋਈ ਇੰਟਰਨੈਸ਼ਨਲ ਸਟੂਡੈਂਟ ਨਹੀਂ ਕਹਿ ਰਿਹਾ, ਲੋਕਲ ਸਟੂਡੈਂਟ ਨਹੀਂ ਕਹਿ ਰਿਹਾ, ਸਿਰਫ ਨੌਜਵਾਨ ਕਹਿ ਰਿਹਾ। ਉਹ ਸਿਰਫ ਇਸ ਲਈ ਚਾਰਜ ਕੀਤੇ ਆ ਕਿ ਉਹ ਗੇੜੀਆਂ ਲਾ ਰਹੇ ਸੀ ਪਲਾਜ਼ੇ ਦੇ ਵਿੱਚ, ਗੱਡੀ ਕੱਢ ਲਈ, ਘੁਮਾ ਲਈ, ਫਿਰ ਲੈ ਆਏ, ਸੋ ਉਹਨਾਂ ਨੂੰ ਚਾਰਜ ਕੀਤਾ ਗਿਆ। ਤੁਹਾਡਾ ਇਹਦੇ ਬਾਰੇ ਕੀ ਖਿਆਲ ਆ? ਫਿਰ ਵੀ ਉਹੀ ਯੰਗ ਬਲੱਡ ਵਾਲੀ ਗੱਲ। ਹਾਂਜੀ, ਯੰਗ ਬਲੱਡ, ਵੈਲ ਆਈ ਥਿੰਕ ਉਹ ਜਿਹੜੇ ਪਲਾਜ਼ੇ ਵਿੱਚ ਹੋਈ ਸੀ ਪ੍ਰੋਬਲਮ, ਇਸ਼ੂ ਹੋਈ ਸੀ, ਉਹਦੇ ਵਿੱਚ ਉਸੇ ਪਲਾਜ਼ੇ ਵਿੱਚ ਕਾਫੀ ਆਪਣੇ ਇਸ਼ੂਜ਼ ਪਹਿਲਾਂ ਵੀ ਹੋ ਚੁੱਕੇ ਨੇ ਹਨਾ ਜੀ, ਤੇ ਆਹ ਸਟੂਡੈਂਟ ਤੇ ਆਈ ਥਿੰਕ ਉਹ ਪਲਾਜ਼ਾ ਕਾਲਜ ਦੇ ਸਾਹਮਣੇ ਹੀ ਆ, ਸੋ ਆਪਣੀ ਉਹ ਜਿਹੜੀ ਪਾਪੂਲੇਸ਼ਨ ਹੈਗੀ ਆ, ਜਿਹੜੇ ਨਾਲ ਦੇ ਰਹਿੰਦੇ ਨੇ, ਉਹ ਕਾਫੀ ਆਪਣੇ ਸਟੂਡੈਂਟ ਰਹਿੰਦੇ ਨੇ ਉਸ ਏਰੀਆ ਵਿੱਚ ਜੀ। ਤੇ ਆਈ ਥਿੰਕ ਮੈਂ ਨਿਊਜ਼ ਆਰਟੀਕਲ ਉਹਦੇ ਬਾਰੇ ਵੀ ਪੜ੍ਹਨਾ ਸੀਗਾ, ਤੇ ਆਈ ਥਿੰਕ ਉਹ ਚਾਰਜ ਹੋਈ ਸੀ ਇਹਦੇ ਕਰਕੇ ਕਿਉਂਕਿ ਉਹ ਗੱਡੀਆਂ ਲਾ ਕੇ ਖਲੋਤੇ ਸੀ ਉੱਥੇ। ਹੁਣ ਉਹ ਜਿਹੜੀ ਉਹ ਹੈਗੀ ਆ ਜਗ੍ਹਾ ਜਿੱਥੇ ਬੈਠੇ ਆ, ਉਹ ਪ੍ਰਾਈਵੇਟ ਆ, ਰਾਈਟ, ਨਾ ਪ੍ਰਾਈਵੇਟ ਜਾਂ ਪ੍ਰਾਈਵੇਟ ਪਬਲਿਕ ਆ, ਰਾਈਟ, ਤੇ ਉੱਥੇ ਦੁਕਾਨਾਂ ਵੀ ਹੈਗੀਆਂ ਵਾ, ਪੀਜ਼ਾ ਸਟੋਰ ਵੀ ਹੈਗਾ ਵਾ, ਬੈਂਕ ਵੀ ਹੈਗੀ ਆ। ਹੁਣ ਦੇਖੋ, ਜਿਹੜੇ ਕੋਈ ਵੀ ਕਾਨੂੰਨ ਗਵਰਨਮੈਂਟ ਬਣਾਉਂਦੀ ਆ, ਉਹ ਕੋਈ ਨਾ ਕੋਈ ਕਾਰਨ ਹੁੰਦਾ ਉਹਦੇ ਮਗਰ, ਬਿਲਕੁਲ, ਰਾਈਟ। ਹੁਣ ਦੇਖੋ, ਮੇਰਾ ਵੀ ਯੰਗ ਮੁੰਡਾ ਹੈਗਾ ਵਾ, ਮੇਰੀ ਵਾਈਫ ਵੀ ਹੈਗੀ ਆ, ਹੁਣ ਮੈਂ ਵੀ ਉਸੇ ਪਲਾਜ਼ੇ ਵਿੱਚ ਜਾਊਂਗਾ ਤੇ ਮੈਂ ਵੇਖੂੰਗਾ ਕਿ ਸਾਰੇ ਸਟੂਡੈਂਟ ਉੱਥੇ ਬੈਠੇ ਨੇ ਹਨਾ,
ਤੇ ਮੇਰਾ ਸ਼ਾਇਦ ਮਨ ਨਾ ਕਰੇ ਦੂਜੀ ਵਾਰੀ ਜਾਣ ਵਾਸਤੇ ਤੇ ਜਿਹੜੇ ਉੱਥੇ ਦੇ ਬਿਜ਼ਨਸ ਆ ਉਹਨਾਂ ਨੂੰ ਵੀ ਇੰਪੈਕਟ ਪੈਂਦਾ ਰਾਈਟ ਟਿਮ ਹਾਰਟਨਸ ਵੀ ਆਈ ਥਿੰਕ ਉੱਥੇ ਹੈਗਾ ਵਾ ਸਾਰੇ ਬਿਜ਼ਨਸ ਨੂੰ ਇੰਪੈਕਟ ਪੈਂਦਾ ਹੁਣ ਇਫ ਤਾਂ ਕੋਈ ਨਾ ਕੋਈ ਕਾਰਨ ਹੈਗਾ ਉੱਥੇ ਬਹਿਣ ਦਾ ਜਾਂ ਤੁਸੀਂ ਗਏ ਆ ਸਟੋਰ ਗੱਡੀ ਵਿੱਚ ਬੈਠੇ ਆ ਤੁਸੀਂ ਘਰ ਨੂੰ ਜਾਂਦੇ ਆ ਚਲੋ ਠੀਕ ਆ ਪਰ ਉੱਥੇ ਗੱਡੀ ਲਾ ਕੇ ਬਹਿਣਾ ਮਿਊਜ਼ਿਕ ਆਨ ਕਰਨਾ ਡੈਫੀਨਿਟਲੀ ਕੋਈ ਨਾ ਕੋਈ ਲਾ ਤਾਂ ਹੀ ਬਣਿਆ ਹੈਗਾ ਤੇ ਤਾਂ ਹੀ ਉਹਨਾਂ ਨੂੰ ਚਾਰਜ ਕੀਤਾ ਗਿਆ ਸੋ ਅੱਗੇ ਜਿਹੜੀ ਆਪਾਂ ਗੱਲ ਕਰਦੇ ਹਾਂ ਇਮੀਗ੍ਰੈਂਟਸ ਦੀ ਕਿਉਂਕਿ ਤੁਹਾਡਾ ਵੀ ਕਾਫੀ ਲੰਬਾ ਤਜਰਬਾ ਹੈ ਔਰ ਤੁਸੀਂ ਆਪਣੇ ਤਜਰਬੇ ਮੁਤਾਬਕ ਵੀ ਦੱਸਿਓ ਜਿਹੜੇ ਇਮੀਗ੍ਰੈਂਟਸ ਇੱਥੇ ਆਉਂਦੇ ਆ ਬਹੁਤ ਸਾਰੇ ਇਸ਼ੂਜ਼ ਹੈ ਜਿਨ੍ਹਾਂ ਨੂੰ ਜਾਂ ਇਹ ਕਹਿ ਲਓ ਵੀ ਜਿਹੜੇ ਕਾਨੂੰਨ ਨੇ ਬਾਏ ਲਾਜ਼ ਨੇ ਉਹਨਾਂ ਨੂੰ ਓਬੇ ਨਹੀਂ ਕਰਦੇ ਫੋਲੋ ਨਹੀਂ ਕਰਦੇ ਤਾਂ ਜਦੋਂ ਆਪਾਂ ਲਾਜ਼ ਦੀ ਜਾਂ ਸਪੀਡਿੰਗ ਦੀ ਗੱਲ ਕਰਦੇ ਹਾਂ ਮਤਲਬ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਸਪੀਡਿੰਗ ਜਿਹੜੀ ਹੈ ਹੁਣ ਪਿਛਲੇ ਦਿਨੀ ਜਿਹੜਾ ਅਨਾਉਂਸਮੈਂਟ ਵੀ ਹੋਈ ਹੈ ਕਿ ਬਰੈਂਪਟਨ ਦੇ ਵਿੱਚ ਵੀ ਸਪੀਡਿੰਗ ਕੈਮਰੇ ਹੋਰ ਇਨਕਰੀਜ਼ ਹੋ ਰਿਹਾ ਹੋਰ ਵੀ ਲਗਾਏ ਜਾਣਗੇ ਸੋ ਬਹੁਤ ਸਾਰੇ ਪ੍ਰੋਗਰਾਮ ਅਸੀਂ ਵੀ ਕਰ ਚੁੱਕੇ ਹਾਂ ਬਹੁਤ ਸਾਰੇ ਹੋਰ ਵੀ ਜਿਹੜੇ ਟੀਵੀ ਸ਼ੋਜ਼ ਚੱਲਦੇ ਆ ਜਾਂ ਨਿਊਜ਼ ਆਪਾਂ ਪ੍ਰਿੰਟ ਮੀਡੀਆ ਕਹਿ ਲਈਏ ਸਪੀਡਿੰਗ ਨੂੰ ਲੈ ਕੇ ਜਾਂ ਹੋਰ ਅਜਿਹੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਤੋੜਿਆ ਜਾਂਦਾ ਮੈਂ ਹੁਣ ਤਾਂ ਕਹਿ ਰਿਹਾ ਕਿ ਨਿਊ ਇਮੀਗ੍ਰੈਂਟਸ ਕਿਉਂਕਿ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਜਾਂ ਬੈਕ ਹੋਮ ਤੇ ਜੋ ਚੱਲ ਰਿਹਾ ਹੁੰਦਾ ਉਹ ਇੱਥੇ ਉਸੇ ਚੀਜ਼ ਨੂੰ ਕਰਨਾ ਚਾਹੁੰਦੇ ਆ ਤਾਂ ਫਿਰ ਅਸੀਂ ਕਿਵੇਂ ਕਹਿ ਦਿੰਦੇ ਆ ਕਿ ਵੀ ਅਸੀਂ ਜਾਂ ਇਹ ਕਹਿ ਲਓ ਕਿ ਅਸੀਂ ਕਿਵੇਂ ਕਾਨੂੰਨ ਨੂੰ ਇਗਨੋਰ ਕਰਦੇ ਹਾਂ ਔਰ ਕਿਵੇਂ ਕਹਿ ਦਿੰਦੇ ਆ ਕਿ ਅਸੀਂ ਇੱਕ ਚੰਗੇ ਨਾਗਰਿਕ ਹਾਂ ਚੰਗੇ ਨਾਗਰਿਕ ਕਹਿਣਾ ਥੋੜਾ ਜਿਹਾ ਲਾਈਕ ਆਰਮੋ ਕਹਿੰਦੇ ਆਪਣੇ ਆਪ ਨੂੰ ਆਹ ਪਰ ਜਿਹੜੇ ਤੁਸੀਂ ਕਹਿੰਦੇ ਇਮੀਗ੍ਰੇਸ਼ਨ ਦੀ ਜਿਹੜੇ ਇਮੀਗ੍ਰੈਂਟ ਨਵੇਂ ਆਉਂਦੇ ਆ ਤੁਸੀਂ 100% ਰਾਈਟ ਆ ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਾਨੂੰਨ ਕੀ ਆ ਤੇ ਕੀ ਨਹੀਂ ਆ ਪਰ ਜਿਸ ਤਰ੍ਹਾਂ ਆਪਾਂ ਸੇਮ ਪਲਾਜ਼ੇ ਦੀ ਗੱਲਬਾਤ ਕੀਤੀ ਹੋਵੇ ਇਫ ਆਪਣੇ ਆਹੀ ਸਿਚੁਏਸ਼ਨ ਇੰਡੀਆ ਵਿੱਚ ਹੁੰਦੀ ਸ਼ਾਇਦ ਉੱਥੇ ਨਾ ਇਹਨਾਂ ਦਾ ਕਾਨੂੰਨ ਹੋਵੇ ਰਾਈਟ ਨਿਊਸੈਂਸ ਦਾ ਨਾ ਕਾਨੂੰਨ ਹੋਵੇ ਟ੍ਰੈਸਪੈਸਿੰਗ ਪਲਾਜ਼ੇ ਵਿੱਚ ਦਾ ਨਾ ਕਾਨੂੰਨ ਹੋਵੇ ਸੋ ਉਹਨਾਂ ਨੂੰ ਨਹੀਂ ਪਤਾ ਹੁੰਦਾ ਪਰ ਜਿਹੜੀ ਸਪੀਡਿੰਗ ਦੀ ਗੱਲ ਹੁੰਦੀ ਆ ਹੁਣ ਸਪੀਡ ਦੇ ਤਾਂ ਆਪਣੇ ਸਾਈਨ ਲੱਗੇ ਆ ਹਰ ਸ਼ਰਤ ਤੇ ਜੀ ਰਾਈਟ ਬਿਲਕੁਲ ਉਹਦੇ ਬਾਰੇ ਤੁਸੀਂ ਕਹਿ ਨਹੀਂ ਸਕਦੇ ਕਿ ਮੈਨੂੰ ਪਤਾ ਨਹੀਂ ਲੱਗਿਆ ਹਾਂ ਕਿਉਂਕਿ ਉਹਦਾ ਤਾਂ ਤੁਸੀਂ ਕੁਛ ਮੀਟਰ ਤੇ ਜਾਂ ਕਹਿ ਜਦੋਂ ਆਪਾਂ ਇੰਟਰਸੈਕਸ਼ਨ ਕ੍ਰਾਸ ਕਰਦੇ ਆ ਕ੍ਰਾਸ ਕਰਨ ਸਾਰ ਹੀ ਸਾਡੇ ਰਾਈਟ ਹੈਂਡ ਤੇ ਤੁਹਾਨੂੰ ਸਪੀਡਿੰਗ ਦੇ ਬੋਰਡ ਨਜ਼ਰ ਆ ਜਾਂਦੇ ਹਾਂਜੀ ਤੇ ਆਲਸੋ ਜਦੋਂ ਤੁਸੀਂ ਆਪਣਾ ਲਾਇਸੈਂਸ ਲੈਂਦੇ ਆ ਤੁਹਾਨੂੰ ਉਸ ਤਰ੍ਹਾਂ ਨਹੀਂ ਲਾਇਸੈਂਸ ਮਿਲਦਾ ਤੁਹਾਨੂੰ ਟੈਸਟ ਦੇ ਕੇ ਲਾਇਸੈਂਸ ਲੈਣਾ ਪੈਂਦਾ ਬਿਲਕੁਲ ਆਈ ਨੋ ਕਿ ਆਪਣੇ ਜਿਹੜੇ ਇੰਡੀਆ ਤੋਂ ਹੁੰਦੇ ਉਹ ਆਪਣਾ ਇੰਡੀਆ ਡਰਾਈਵਰਸ ਲਾਇਸੈਂਸ ਥੋੜਾ ਚਿਰ ਵਾਸਤੇ ਵਰਤ ਲੈਂਦੇ ਆ ਪਰ ਟੈਸਟ ਲੈ ਕੇ ਲਾਇਸੈਂਸ ਲੈਣਾ ਪੈਂਦਾ ਰਾਈਟ ਸੋ ਉਹਨਾਂ ਨੂੰ ਕਾਨੂੰਨ ਉਹ ਸਮਝਾਇਆ ਜਾਂਦਾ ਜੀ ਰਾਈਟ ਤਾਂ ਹੀ ਉਹ ਟੈਸਟ ਪਾਸ ਕਰਦੇ ਬਿਲਕੁਲ ਤੇ ਉਹਦੇ ਕਰਕੇ ਆਈ ਥਿੰਕ ਗੋਇੰਗ ਬੈਕ ਅਗੇਨ ਉਹ ਸੋਚਦੇ ਨੇ ਕਿ ਕੀ ਆਪਣੀ ਆਊਟਕਮ ਹੋ ਸਕਦੀ ਹੈ ਤੁਸੀਂ ਕੀ ਸਮਝਦੇ ਹੋ ਵੈਸੇ ਵੀ ਜਿਵੇਂ ਹੁਣ ਤੁਹਾਡੇ ਕੋਲੇ ਕਾਫੀ ਕੇਸਸ ਆਉਂਦੇ ਆ ਬਹੁਤ ਸਾਰੇ ਜਿਵੇਂ ਆਪਾਂ ਸੋਚਦੇ ਆ ਕਿ ਵੀ ਇਗਨੋਰ ਕਰਦੇ ਜੇ ਜਾਂ ਹੋ ਜਾਂਦਾ ਹੋ ਨਹੀਂ ਜਾਂਦਾ ਯੂਜੂਲੀ ਕਈ ਵਾਰੀ ਜਿਹੜੇ ਆਪਣੇ ਕਲਾਇੰਟ ਹੁੰਦੇ ਨੇ ਸੋ ਆਪਾਂ ਜਿਹੜੀ ਪਰਸਨਲ ਇੰਜਰੀ ਕਰਦੇ ਆ ਮੈਂ ਇੰਸ਼ੋਰੈਂਸ ਕੰਪਨੀਆਂ ਵਾਸਤੇ ਵੀ ਕੰਮ ਕਰਦਾ ਰਿਹਾ ਵਕੀਲ ਦੇ ਤੌਰ ਤੇ ਦੇਖੋ ਨਾ ਅੰਟੈਰੀਓ ਵਿੱਚ ਜਿਹੜੇ ਐਕਸੀਡੈਂਟ ਜਾਂ ਨੰਬਰ ਉਹ ਤਾਂ ਐਕਚੁਅਲੀ ਘਟ ਗਏ ਨੇ ਜੀ ਪਰ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਨਾਂ ਦੀ ਜਿਹੜੀ ਸਿਵੀਅਰਿਟੀ ਆ ਜਿਹੜੇ ਵੱਡੇ ਤੋਂ ਵੱਡੇ ਐਕਸੀਡੈਂਟ ਹੁੰਦੇ ਅੱਜ ਕੱਲ੍ਹ ਉਹ ਵੱਧ ਗਏ ਨੇ ਜਿਹੜੀ ਇੰਜਰੀਆਂ ਵਾ ਉਹ ਵੀ ਥੋੜੀ ਜਿਹੀਆਂ ਵੱਧ ਗਈਆਂ ਨੇ ਜੀ ਰਾਈਟ ਇਹਦਾ ਕਾਰਨ ਆਹ ਆ ਸਪੀਡ ਦਾ ਜੀ ਦੇਖੋ ਹੁਣ ਹਰ ਯੰਗ ਮੁੰਡੇ ਨੇ ਗੱਡੀ ਫਾਸਟ ਰੱਖੀ ਸਪੋਰਟਸ ਕਾਰ ਰੱਖੀ ਆ ਨਾ BMW ਮਰਸੀਡੀਜ਼ ਜਾਂ ਕੋਈ ਵੀ ਗੱਡੀ ਹੋਵੇ ਹਨਾ ਇਸ ਤਰ੍ਹਾਂ ਦੀ ਉਹਦਾ ਸਪੀਡ ਵੀ ਵੱਧ ਹੁੰਦੀ ਤੇ ਜਦੋਂ ਵੱਜੂਗੀ ਗੱਡੀ ਵਿੱਚ ਉਹਦਾ ਇੰਪੈਕਟ ਵੀ ਵੱਧ ਹੋਣਾ ਬਿਲਕੁਲ ਪਰ ਜਦੋਂ ਤੁਹਾਡੀ ਗੱਲ ਹੁੰਦੀ ਹੈ ਕਿ ਉਹ ਸੋਚਦੇ ਕੀ ਆ ਹੁਣ ਦੇਖੋ ਹਰ ਬੰਦੇ ਦੀ ਵੱਖਰੀ ਸੋਚ ਹੁੰਦੀ ਆ ਹਾਂਜੀ ਨਿਆਣੇ ਜਦੋਂ ਦੇਖੋ ਤਾਂ ਹੀ ਇੰਸ਼ੋਰੈਂਸ ਰੇਟ ਵੀ 25 ਸਾਲਾਂ ਤੋਂ ਜਦੋਂ ਨਿਆਣਾ ਹੁੰਦਾ ਵੱਧ ਹੁੰਦੇ ਆ ਇੰਸ਼ੋਰੈਂਸ ਕੰਪਨੀ ਨੂੰ ਵੀ ਪਤਾ ਸਟੈਟਿਸਟਿਕਸ ਤੌਰ ਕਿ ਆਹ ਨਿਆਣੇ ਅਜੇ ਤੱਕ ਮੈਚੁਰ ਨਹੀਂ ਹੋਏ ਹੁੰਦੇ ਹਨਾ ਗੱਡੀ ਚਲਾਉਣ ਵਾਸਤੇ ਤੇ ਕਿੰਨੀ ਤੇਜ਼ ਜਾਣਾ ਤੇ ਕਿੰਨੀ ਘੱਟ ਜਾਣਾ ਬਿਲਕੁਲ ਯਾਰ ਸੋ ਜਦੋਂ ਆਪਾਂ ਹੁਣ ਪਰਸਨਲ ਇੰਜਰੀ ਦੀ ਗੱਲ ਕਰਦੇ ਹਾਂ ਹੁਣ ਸਟੂਡੈਂਟਸ ਦੀ ਗੱਲ ਕਰ ਲਈ ਇਮੀਗ੍ਰੈਂਟਸ ਦੀ ਗੱਲ ਕਰ ਲਈ ਔਰ ਇੱਥੋਂ ਦੇ ਜਿਹੜੇ ਲੋਕਲ ਸਿਟੀਜ਼ਨ ਆ ਜਾਂ PR ਹੋਏ ਆ ਡਜ਼ਨਟ ਮੈਟਰ ਕਿ ਉਹ ਕੌਣ ਹੈ ਪਰਸਨਲ ਇੰਜਰੀ ਦੇ ਤੌਰ ਤੇ ਤੁਸੀਂ ਇੱਕ ਵਧੀਆ ਤਰੀਕੇ ਨਾਲ ਆਪਣਾ ਸੈਟਅਪ ਕੀਤਾ ਹੋਇਆ ਔਰ ਕਾਫੀ ਲੰਮੇ ਸਮੇਂ ਤੋਂ ਤੁਸੀਂ ਇਸ ਜਿਹੜਾ ਪ੍ਰੋਗਰਾਮ ਆ ਉਹਦੇ ਨਾਲ ਵਾਬਸਤਾ ਹੋ ਕਿਹੜੇ ਲੋਕ ਖਾਸ ਕਰਕੇ ਮੈਂ ਜਾਣਨਾ ਚਾਹਣਾ ਕਿਹੜੇ ਲੋਕ ਆ ਜਿਨ੍ਹਾਂ ਵਿੱਚੋਂ ਪਰਸਨਲ ਇੰਜਰੀ ਦੇ ਤੌਰ ਤੇ ਜ਼ਿਆਦਾਤਰ ਤੁਹਾਡੇ ਕੋਲੇ ਲੋਕ ਆਉਂਦੇ ਆ ਉਹ ਇਮੀਗ੍ਰੈਂਟਸ ਆਉਂਦੇ ਆ ਜਾਂ ਸਟੂਡੈਂਟ ਆਉਂਦੇ ਆ ਜਾਂ ਹੋਰ ਲੋਕਲ ਸਿਟੀਜ਼ਨ ਆਉਂਦੇ ਆ ਮੈਂ ਸਿਰਫ ਇਹ ਜਾਣਨਾ ਚਾਹਣਾ ਕਿ ਜਿਹੜਾ ਰੇਟ ਹੈ ਪਰਸਨਲ ਇੰਜਰੀ ਦਾ ਜਾਂ ਸੱਟਾਂ ਫੇਟਾਂ ਜਿਹੜੀਆਂ ਉਹ ਜਿਹੜੇ ਨਵੇਂ ਬੰਦਿਆਂ ਨੂੰ ਲੱਗਦੀਆਂ ਜਾਂ ਇੱਥੋਂ ਵਾਲਿਆਂ ਨੂੰ ਵੀ ਲੱਗ ਜਾਂਦੀਆਂ ਇਟਸ ਅ ਗੁੱਡ ਕੁਐਸਚਨ ਇਸ ਤਰ੍ਹਾਂ ਦਾ ਮੇਰੇ ਕੋਲ ਸਟੈਟਿਸਟਿਕ ਹੈ ਨਹੀਂ ਇਸ ਟਾਈਮ ਤੇ ਨਹੀਂ ਮੈਂ ਜਸਟ ਇਸ ਲਈ ਹਾਂਜੀ ਜਨਰਲੀ if ਤੁਸੀਂ ਗੱਲ ਕਰੋ ਹਨਾ ਸੋ ਜਦੋਂ ਅਸੀਂ ਕਦੇ ਵੀ ਸੋ ਬੇਸਿਕਲੀ ਜਿਹੜਾ ਸਾਡਾ ਲਾਅ ਦਾ ਪ੍ਰੈਕਟਿਸ ਹੈ if ਕੋਈ ਤੁਹਾਡੇ ਆ ਕੇ ਗੱਡੀ ਮਾਰਦਾ ਤੁਸੀਂ ਵੀ ਕਈ ਵਾਰੀ ਗਲਤੀ ਨਾਲ ਮਾਰ ਵੀ ਦੋ ਨਾ ਤੁਹਾਡੇ ਡੈਫੀਨਿਟਲੀ ਕੋਈ ਨਾ ਕੋਈ ਪ੍ਰੋਟੈਕਸ਼ਨ ਹੁੰਦੇ ਆ ਤੁਹਾਡੇ ਰਾਈਟ ਹੁੰਦੇ ਤੁਹਾਡੇ ਬੈਨੀਫਿਟ ਹੁੰਦੇ ਨੇ
ਪਰ ਜਦੋਂ ਅਸੀਂ ਆਹ ਵੇਖੀਏ ਕਿਸ ਤਰ੍ਹਾਂ ਦਾ ਕਲਾਇੰਟ ਹੁੰਦਾ ਆ, ਆਬਵੀਅਸਲੀ ਜਿਹੜੇ ਯੰਗਰ ਕਲਾਇੰਟ ਹੁੰਦੇ ਆ, ਜਿਹੜੇ ਯੰਗਰ ਆਪਾਂ ਦੇਖਦੇ ਯੰਗਰ ਡਰਾਈਵਰ ਸੀਗਾ ਦੂਸਰੇ ਪਾਸੇ ਜਿਹਨੇ ਗੱਡੀ ਮਾਰੀ ਸਾਡੇ ਕਲਾਇੰਟ ਤੇ, ਉਹਦਾ ਤਾਂ ਮੋਸਟਲੀ ਜ਼ਿਆਦਾ ਵੱਡਾ ਇੰਪੈਕਟ ਹੁੰਦਾ ਵਾ, ਅਸੀਂ ਆਹ ਕਹਿ ਸਕਦੇ ਹਾਂ, ਕਿਉਂਕਿ ਸਪੀਡ ਯੂਜੂਅਲੀ ਕਾਜ਼ ਹੁੰਦਾ ਆ। ਤੁਸੀਂ ਮਿਸਾਲ ਦੇ ਤੌਰ ਤੇ ਜਿਹੜਾ ਪਿਛਲੇ ਦਿਨੀ ਬਹੁਤ ਵਾਰੀ ਅਸੀਂ ਇੱਥੇ ਚਰਚਾ ਕਰ ਚੁੱਕੇ, ਪਿਛਲੇ ਦਿਨੀ ਜਿਹੜਾ ਕੰਟਰੀ ਸਾਈਡ ਤੇ ਟੌਰਬਰਮ ਤੇ ਐਕਸੀਡੈਂਟ ਹੋਇਆ, ਉਹ ਵੀ ਇੱਕ ਯੰਗ ਡਰਾਈਵਰ ਸੀ ਤੇ 20 ਸਾਲ ਦੀ ਉਹਦੀ ਉਮਰ ਸੀ, ਤੁਹਾਨੂੰ ਵੀ ਪਤਾ ਹੈ ਸਾਰੀ ਨਿਊਜ਼ ਦਾ, ਔਰ ਇਕੱਲੇ ਲੋਕਲ ਕੈਨੇਡਾ ਵਾਈਡ ਮੀਡੀਆ ਦੇ ਉੱਪਰ ਨਹੀਂ ਹੈ, ਉਹ ਪੂਰੇ ਵਰਲਡ ਵਾਈਡ ਸਾਰੇ ਜਿਹੜਾ ਮੇਨ ਸਟ੍ਰੀਮ ਮੀਡੀਆ ਦੇ ਉੱਪਰ ਵੀ ਉਹ ਵਾਇਰਲ ਹੋਈ ਹੈ ਨਿਊਜ਼। ਔਰ ਇਹੀ ਮੇਰਾ ਸਵਾਲ ਸੀ ਕਿ ਜਦੋਂ ਅਸੀਂ ਪਰਸਨਲ ਇੰਜਰੀ ਨੂੰ ਦੇਖਦੇ ਹਾਂ, ਔਰ ਬਹੁਤ ਸਾਰੇ ਇਸ ਤਰ੍ਹਾਂ ਵੀ ਹੈ ਕਿ ਕਈ ਵਾਰੀ ਐਵੇਂ ਬਿਨਾਂ ਗੱਲ ਤੋਂ ਹੀ ਕਿ ਵੀ ਮੇਰੇ ਸੱਟ ਫੇਟ ਲੱਗ ਗਈ ਜੀ, ਮੇਰਾ ਤੁਸੀਂ ਕੇਸ ਹੈਂਡਲ ਕਰੋ, ਇਸ ਤਰ੍ਹਾਂ ਵੀ ਤੁਹਾਨੂੰ ਦੇਖਣ ਨੂੰ ਮਿਲਦਾ ਹੋਣਾ। ਔਰ ਨੈਕਸਟ ਅੱਗੇ ਚੱਲ ਕੇ ਫਿਰ ਆਪਾਂ ਪਰਸਨਲ ਇੰਜਰੀ ਤੋਂ ਫਿਰ ਅੱਗੇ ਚੱਲ ਕੇ ਜਿਹੜੇ ਸਵਾਲ ਸ਼ੁਰੂ ਕਰਦੇ ਹਾਂ, ਮੈਂ ਸਿਰਫ 2-3 ਨੁਕਤੇ ਜਾਣਨਾ ਚਾਹਣਾ ਤੁਹਾਡੇ ਤੋਂ ਕਿ ਇੱਕ ਤਾਂ ਇਹ ਕਿ ਤੁਹਾਡੇ ਕੋਲੇ ਜ਼ਿਆਦਾਤਰ ਜਿਹੜੇ ਯੰਗ ਉਹੀ ਆਉਂਦੇ ਨੇ ਜਾਂ ਕੋਈ ਵੀ ਜ਼ਿਆਦਾਤਰ ਤੁਸੀਂ ਹੈਂਡਲ ਕਰਦੇ ਹੋ? ਨਹੀਂ, ਜਿਸ ਤਰ੍ਹਾਂ ਮੈਂ ਆਖਿਆ ਸੀ ਹਨਾ, ਜਿੰਦਾ ਸਾਡੇ ਕੋਲ ਯੰਗ ਵੀ ਹੁੰਦੇ ਨੇ, ਬਜ਼ੁਰਗ ਵੀ ਹੁੰਦੇ ਨੇ, ਮਿਡਲ ਏਜ ਦੇ ਵੀ ਹੁੰਦੇ ਨੇ ਹਨਾ, 30 ਸਾਲ 40 ਸਾਲ ਦੇ, ਪਰ ਐਕਸੀਡੈਂਟ ਵੱਖਰੇ ਹੁੰਦੇ ਨੇ। ਅੱਛਾ, ਜਿਹੜਾ ਐਕਸੀਡੈਂਟ ਕੀਤਾ ਹੋਊਗਾ ਯੰਗ ਨੇ, ਯੂਜੂਅਲੀ ਸਪੀਡ ਹੁੰਦੀ ਆ ਕਾਜ਼ ਜੀ, ਰਾਈਟ, ਉਹ ਸਪੀਡ ਕਰਕੇ ਉਹਦੇ ਕਰਕੇ ਇੰਪੈਕਟ ਵੀ ਜ਼ਿਆਦਾ ਹੁੰਦਾ, ਸਾਡੇ ਜਿਹੜੇ ਕਲਾਇੰਟ ਹੁੰਦੇ ਉਹਨਾਂ ਦੀ ਇੰਜਰੀਜ਼ ਵੀ ਵੱਧ ਹੁੰਦੀਆਂ ਵਾ। ਹੁਣ ਐਕਸੀਡੈਂਟ ਕਿਸੇ ਦਾ ਵੀ ਹੋ ਸਕਦਾ, ਬਜ਼ੁਰਗ ਦਾ ਵੀ ਹੋ ਸਕਦਾ, 45 ਈਅਰ ਓਲਡ ਦਾ ਵੀ ਹੋ ਸਕਦਾ, ਮਿਡਲ ਏਜ ਦਾ ਵੀ ਹੋ ਸਕਦਾ, ਕਿਸੇ ਦਾ ਵੀ ਹੋ ਸਕਦਾ, ਪਰ ਉਹ ਯੂਜੂਅਲੀ ਹੁੰਦੇ ਆ ਮਿਸਟੇਕ ਹੋ ਗਈ, ਜਿੰਨਾ ਆਪਾਂ ਰੁਕਣਾ ਸੀਗਾ ਸਟਾਪ ਸਾਈਨ ਤੇ ਆਪਾਂ ਨਹੀਂ ਰੁਕੇ ਰਾਈਟ, ਜਾਂ ਫਿਰ ਲਾਈਕ ਸਪੀਡ ਉੱਤੇ ਇੰਨੀ ਜ਼ਿਆਦਾ ਇੰਪੈਕਟ ਨਹੀਂ ਹੁੰਦੀ ਆ। ਪਰ ਤੁਸੀਂ ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਮੋਸਟਲੀ ਇੰਟਰਨੈਸ਼ਨਲ ਦੇ ਐਕਸੀਡੈਂਟ ਹੁੰਦੇ ਆ, ਪਰ ਇਟਸ ਲਾਈਕ ਓਵਰਆਲ ਕੋਈ ਵੀ ਹੋ ਸਕਦਾ। ਹਾਂਜੀ, ਕੋਈ ਵੀ ਹੋ ਸਕਦਾ। ਸੋ ਇਹੀ ਮੇਰਾ ਜਾਣਨ ਦਾ ਸੀਗਾ, ਕਿਉਂਕਿ ਮੈਂ ਚਾਹੁੰਦਾ ਸੀ ਕਿ ਵੀ ਸਾਨੂੰ ਔਰ ਸਾਡੇ ਦਰਸ਼ਕਾਂ ਨੂੰ ਇਹ ਚੀਜ਼ ਦਾ ਜ਼ਰੂਰ ਗਿਆਨ ਹੋਵੇ ਕਿ ਆਪਾਂ ਕਈ ਵਾਰੀ ਇੱਕੋ ਹੀ ਧਿਰ ਦੇ ਉੱਪਰ ਜਾਂ ਇੱਕ ਕੈਟਾਗਰੀ ਹੈ ਜਾਂ ਇੱਕ ਜਿਹੜੇ ਕੋਈ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਸਿਰ ਨਾ ਮੜੀਏ, ਅਸੀਂ ਵੀ ਉਹਦੇ ਵਿੱਚ ਇਨਵੋਲਵ ਹੁੰਦੇ ਹਾਂ। ਕਈ ਵਾਰੀ ਅਸੀਂ ਇੱਥੋਂ ਸਾਨੂੰ 5-5 10-10 ਸਾਲ ਹੋ ਗਏ ਹੁੰਦੇ ਆਇਆਂ ਨੂੰ, ਪਰ ਫਿਰ ਵੀ ਸਾਡੀ ਜਿਹੜੀ ਆ ਆਦਤ ਹੈ ਕਾਨੂੰਨ ਨੂੰ ਤੋੜਨ ਦੀ ਆਦਤ ਉਹ ਵੀ ਜਾਂਦੀ ਨਹੀਂ, ਜਿਵੇਂ ਸਪੀਡਿੰਗ ਕਰਨਾ, ਸਟਾਪ ਸਾਈਨ ਤੇ ਪ੍ਰੋਪਰ ਨਾ ਰੁਕਣਾ, ਕੋਈ ਯੈਲੋ ਲਾਈਟ ਆ ਰਹੀ ਹੈ ਉਹਨੂੰ ਇਗਨੋਰ ਕਰਕੇ ਤੁਸੀਂ ਖਿੱਚ ਦੇਣੀ ਹੈ ਗੱਡੀ, ਕਈ ਵਾਰੀ ਤਾਂ ਰੈੱਡ ਲਾਈਟ 'ਚੋਂ ਵੀ ਕੱਢ ਜਾਂਦੇ ਆ। ਬੇਸਿਕਲੀ ਸਾਡੇ ਨੁਕਸਾਨ ਬਹੁਤ ਵੱਡੇ ਹੁੰਦੇ ਆ। ਪਰ ਇਹ ਸਵਾਲ ਜਿਹੜਾ ਮੈਂ ਪਹਿਲਾਂ ਕੀਤਾ ਸੀ, ਵੀ ਜਾਣਨਾ ਇਹੀ ਚਾਹੁੰਦਾ ਸੀ ਕਿ ਵੀ ਅਸੀਂ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਇਕੱਲੇ ਨੌਜਵਾਨ ਪੀੜ੍ਹੀ ਨਹੀਂ, ਅਸੀਂ ਵੀ ਉਹਦੇ ਵਿੱਚ ਸ਼ਾਮਲ ਹੈਗੇ ਹਾਂ, ਜਿਹਦੇ ਵਿੱਚ ਤੁਹਾਡੇ ਜਿਹੜੀ ਦਰ ਹੈ ਕੇਸਿਸ ਦੀ ਉਹ ਵੱਧ ਜਾਂਦੀ ਹੈ। ਤੁਹਾਡੀ ਗੱਲ ਸਹੀ ਹੈ ਜੀ। ਸੋ ਹੁਣ ਪਰਸਨਲ ਇੰਜਰੀ ਦੀ ਗੱਲ ਕਰੀਏ, ਤੁਸੀਂ ਪਰਸਨਲ ਇੰਜਰੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਸਿਰਫ ਜਿਹੜੀ ਕੋਈ ਤਿਲਕਣ ਦੇ ਜਾਂ ਤਿਲਕ ਕੇ ਸੱਟ ਲੱਗ ਗਈ, ਜਾਂ ਵੈਸੇ ਤੁਸੀਂ ਪੌੜੀਆਂ 'ਚੋਂ ਡਿੱਗ ਪਏ, ਜਾਂ ਹੋਰ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਪਰਸਨਲ ਇੰਜਰੀ ਦੇ ਵਿੱਚ? ਵੈਲ, ਪਰਸਨਲ ਇੰਜਰੀ ਵਿੱਚ ਕਾਫੀ ਆ ਜਾਂਦੇ। ਦੈਟਸ ਅ ਵੈਰੀ ਗੁੱਡ ਕੁਐਸਚਨ। ਆਬਵੀਅਸਲੀ ਬੇਸਿਕ ਜਿਹੜਾ ਆਪਣਾ ਹੈਗਾ ਉਹ ਤਾਂ ਹੈਗਾ ਆਪਣਾ ਮੋਟਰ ਵਹੀਕਲ ਐਕਸੀਡੈਂਟ, ਉਸ ਤੋਂ ਬਾਅਦ ਆਪਣਾ ਹੁੰਦਾ ਹੈ ਸਲਿਪ ਐਂਡ ਫਾਲ, ਪਰ ਉਸ ਤੋਂ ਬਾਅਦ ਆਪਣੇ ਦੂਸਰੇ ਵੀ ਹੁੰਦੇ ਪੈਡੈਸਟਰੀਅਨ। ਜਿਸ ਤਰ੍ਹਾਂ ਆਪਾਂ ਕਾਫੀ ਕੇਸਿਸ ਸੁਣੀਦੇ ਆ, ਜੋ ਆਪਾਂ ਨਿਊਜ਼ ਵੀ ਦੇਖਦੇ ਹਾਂ ਕਿ ਪੈਡੈਸਟਰੀਅਨ ਐਕਸੀਡੈਂਟ ਕੇਸ ਕਿੰਨੇ ਹੁੰਦੇ ਆ ਡਾਊਨਟਾਊਨ ਟੋਰਾਂਟੋ ਜਾਂ ਜਿੱਥੇ ਮਰਜ਼ੀ ਹੈ ਨਾ, ਕਿਉਂਕਿ ਲਾਟ ਆਫ ਲੋਕਾਂ ਕੋਲ ਹੁਣ ਗੱਡੀਆਂ ਨਹੀਂ ਹੁੰਦੀਆਂ ਵਾ, ਸਪੈਸ਼ਲੀ ਜਿੱਥੇ ਸਟੂਡੈਂਟ ਰਹਿੰਦੇ ਨੇ ਹੈ ਨਾ, ਉਹ ਤੁਰਦੇ ਨੇ, ਬੱਸ ਫੜਦੇ ਆ, ਉਹ ਵੀ ਕਾਫੀ ਕੇਸਿਸ ਸਾਡੇ ਕੋਲ ਹੁੰਦੇ ਨੇ। ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਸਲਿਪ ਐਂਡ ਫਾਲ ਦੀ, ਸਲਿਪ ਐਂਡ ਫਾਲ ਦੀ ਸਾਡੇ ਜਿਹੜੇ ਆਪਣੇ ਘਰ ਓਨਰ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਆ, ਜਿਹੜੇ ਆਪਣੇ ਬਿਜ਼ਨਸ ਓਨਰ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੇ ਆਪਣੇ ਹੈਗੇ ਆ ਪ੍ਰੈਮਿਸਿਸ ਪ੍ਰਾਪਰਟੀ ਦੇ ਉਹ ਚੰਗੀ ਤਰ੍ਹਾਂ ਸੰਭਾਲ ਕੇ ਰੱਖਣ। ਤੇ ਸਪੈਸ਼ਲੀ ਜਦੋਂ ਸਨੋ ਪੈਂਦੀ ਆ ਕਿ ਆਪਣਾ ਸਕੈਜੂਲ ਜਾਂ ਕੋਈ ਵੀ ਕੰਪਨੀ ਕੰਟਰੈਕਟ ਕੀਤੀ ਹੋਵੇ ਕਿ ਉਹ ਔਨ ਟਾਈਮ ਸਨੋ ਰਿਮੂਵਲ ਹੁੰਦੀ ਹੋਵੇ, ਕਿ ਕੋਈ ਲਾਸੂਟ ਨਾ ਹੋ ਜਾਵੇ ਬਾਅਦ ਵਿੱਚ, ਰਾਈਟ। ਸੋ ਜਦੋਂ ਪਰਸਨਲ ਇੰਜਰੀ ਦੀ ਗੱਲ ਕਰਦੇ ਹਾਂ, ਜਿਹੜੇ ਹੁਣ ਜਿਵੇਂ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਹਿੱਟ ਐਂਡ ਰਨ ਵਾਲਾ ਕੇਸ ਆਉਂਦਾ ਹੈ, ਤਾਂ ਹਿੱਟ ਐਂਡ ਰਨ ਦੇ ਵਿੱਚ ਜਦੋਂ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਇੰਸ਼ੋਰੈਂਸਿਸ ਕੰਪਨੀਆਂ ਉਹ ਪੂਰਾ ਪਹਿਲਾਂ ਤਾਂ ਵਾਚ ਕਰਦੀਆਂ ਪੂਰੇ ਜੋ ਵੀ ਐਕਸੀਡੈਂਟ ਹੋਇਆ ਸੀ, ਹਿੱਟ ਐਂਡ ਰਨ ਦਾ ਹੋਇਆ ਸੀ ਜਾਂ ਜਿਵੇਂ ਵੀ ਹੈ, ਤਾਂ ਉਹ ਜਿਹੜੀ ਕੈਟਾਗਰੀ ਹੈ ਹਿੱਟ ਐਂਡ ਰਨ ਦੀ, ਉਹ ਵੀ ਪਰਸਨਲ ਇੰਜਰੀ ਦੇ ਵਿੱਚ ਆ ਜਾਂਦੀ ਹੈ। ਹਾਂਜੀ, ਆ ਜਾਂਦੀ ਹੈ। ਸੋ ਜਿਹੜਾ ਆਪਣਾ ਕਾਨੂੰਨ ਹੈਗੇ ਵਨਸ ਅਗੇਨ ਜਿਹੜੀ ਗਵਰਨਮੈਂਟ ਹੈ ਉਹ ਕਾਨੂੰਨ ਤਾਂ ਹੀ ਬਣਾਉਂਦੀ, ਕੋਈ ਨਾ ਕੋਈ ਉਹਨਾਂ ਦਾ ਹੁੰਦਾ ਪਰਪਸ, ਉਹਨਾਂ ਨੇ ਕਾਨੂੰਨ ਬਣਾਏ ਹੈਗੇ ਨੇ। ਕੋਈ ਵੀ ਤੁਹਾਡੀ ਗੱਡੀ ਵਿੱਚ ਆ ਕੇ ਮਾਰਦਾ ਆ ਤੇ ਹਿੱਟ ਐਂਡ ਰਨ ਕਰਦਾ ਬਾਅਦ ਵਿੱਚ, ਤੁਹਾਨੂੰ ਫੇਰ ਵੀ ਪ੍ਰੋਟੈਕਸ਼ਨ ਹੈਗੀ ਹੈ। ਜਿਹੜੀ ਤੁਹਾਡੀ ਆਪਣੀ ਪਰਸਨਲ ਪਾਲਿਸੀ ਹੁੰਦੀ ਆ, ਗੱਡੀ ਦੀ ਪਾਲਿਸੀ, ਉਹ ਤੁਹਾਨੂੰ $2 ਲੱਖ ਤੱਕ ਕਵਰ ਕਰਦੀ ਆ, ਤੁਹਾਡੇ ਬੈਨੀਫਿਟ ਦਿੰਦੀ ਆ। ਤੁਹਾਨੂੰ ਕੋਈ ਵੀ ਪ੍ਰੋਪਰਟੀ ਡੈਮੇਜ ਹੁੰਦੀ ਉਹ ਤੁਹਾਡੀ ਕਵਰ ਹੋਣੀ ਆ, ਪਰ ਜਿਹੜੀ ਤੁਹਾਡੀ ਬੈਨੀਫਿਟ ਆ ਇੰਜਰੀ ਕਰਕੇ ਤੁਹਾਡੀ ਇਨਕਮ ਗਈ ਜਾਂ ਫਿਰ ਤੁਹਾਨੂੰ ਪੇਨ ਐਂਡ ਸਫਰਿੰਗ ਆ, ਤੁਹਾਨੂੰ ਕੋਈ ਵੀ ਅਟੈਂਡੈਂਟ ਕੇਅਰ ਚਾਹੀਦੀ ਹੋਵੇ,
ਤੁਹਾਡੀ ਜਿਹੜੀ ਆਪਣੀ ਪਾਲਿਸੀ ਕਵਰ ਕਰਦੀ ਹੈ ਤੇ ਆਲਮੋਸਟ $2 ਲੱਖ ਤੱਕ ਤੁਹਾਨੂੰ ਆਪਣੀ ਕਵਰੇਜ ਹੁੰਦੀ ਆ। $2 ਲੱਖ ਤੱਕ $2 ਲੱਖ ਤੱਕ। ਇਹਦਾ ਕਾਰਨ ਆਹੀ ਆ, ਬੇਸਿਕ ਆ। ਤੁਸੀਂ ਆਬਵੀਅਸਲੀ ਹੋਰ ਵੀ ਵਧਾ ਸਕਦੇ ਆ, ਪਰ ਹਰ ਪਾਲਿਸੀ ਦੇ ਥੱਲੇ ਆਹ ਹੈਗਾ ਆ, ਕਿਉਂਕਿ ਉਹਨਾਂ ਨੂੰ ਪਤਾ ਹਿੱਟ ਐਂਡ ਰਨ ਕਰਦੇ ਆ ਲੋਕੀ, ਰਾਈਟ। ਫਿਰ ਉਹ ਲੋਕਾਂ ਨੂੰ ਆਪਾਂ ਪ੍ਰੋਟੈਕਟ ਕਿਸ ਤਰ੍ਹਾਂ ਕਰ ਸਕਦੇ ਹਾਂ, ਰਾਈਟ। ਕਿਉਂਕਿ ਜੀ ਤੁਸੀਂ ਮੈਨੂੰ ਇਹ ਵੀ ਪਤਾ ਕਿ ਆਪਾਂ ਜਦੋਂ ਗੱਲਬਾਤ ਕਰ ਰਹੇ ਸੀ ਕਿ ਤੁਹਾਡੇ ਵੀ ਸੱਟ ਲੱਗੀ ਸੀ, ਤਾਂ ਤੁਸੀਂ ਆਪਣਾ ਪਰਸਨਲ ਐਕਸਪੀਰੀਅੰਸ ਉਹ ਵੀ ਨਾਲ ਜ਼ਰੂਰ ਸ਼ੇਅਰ ਕਰਿਓ ਵੀ ਜਦੋਂ ਤੁਹਾਡੇ ਆਪਣੇ ਕਿਸੇ ਤਰੀਕੇ ਦੇ ਨਾਲ ਜਿਵੇਂ ਵੀ ਹੈ ਤੁਹਾਡੇ ਸੱਟ ਫਿੱਟ ਲੱਗੀ ਹੈ ਜਾਂ ਤੁਸੀਂ ਉਹਦੇ ਬਾਰੇ ਤੁਸੀਂ ਕੀ ਔਰ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘੇ। ਬੇਸਿਕਲੀ ਸੋ ਮੇਰਾ ਵੀ ਐਕਸੀਡੈਂਟ ਹੋਇਆ ਸੀ। ਐਕਸੀਡੈਂਟ ਤਾਂ ਹਰ ਬੰਦਾ ਨਾ ਹੋਵੇ, ਪਰ ਕਈ ਵਾਰੀ ਤੁਹਾਨੂੰ ਐਕਸਪੀਰੀਅੰਸ ਕਰਨਾ ਪੈਂਦਾ। ਤੇ ਮੇਰਾ ਵੀ ਰੀਅਰ ਐਂਡ ਹੋਇਆ ਸੀਗਾ ਸਟੀਓਸ ਤੇ ਡਿਕਸੀ ਤੇ। ਮੈਂ ਗੱਡੀ ਆਪਣੀ ਰੈੱਡ ਲਾਈਟ ਤੇ ਲਾਈ ਸੀ ਤੇ ਲੱਕਲੀ ਉਸ ਟਾਈਮ ਤੇ ਪੋਸੇ ਵੀ ਨਾਲ ਹੀ ਖੋਤਾ ਸੀਗਾ। ਉੱਥੇ 2 ਬੈਲ ਦੇ ਟਰੱਕ ਸੀਗੇ ਤੇ ਕਿਸੇ ਨੇ ਆ ਕੇ ਪਿੱਛੋਂ ਗੱਡੀ ਮਾਰੀ। ਉਹ ਆਈ ਥਿੰਕ ਆਲਮੋਸਟ 90 ਕਿਲੋਮੀਟਰ ਤੇ ਜਾਂਦੀ ਹੋਊਗੀ। ਸਾਡੀ ਗੱਡੀ ਆਲਮੋਸਟ ਮਿਡਲ ਇੰਟਰਸੈਕਸ਼ਨ ਤੇ ਚੱਲ ਗਈ। ਸੋ ਮੈਨੂੰ ਜਿਹੜੀ ਕੋਈ ਵੀ ਥੈਰੇਪੀ ਲੈਣੀ ਪਈ, ਫਿਜ਼ੀਓਥੈਰੇਪੀ ਲੈਣੀ ਪਈ ਜਾਂ ਕੋਈ ਵੀ ਰੀਹੈਬ ਕਰਨਾ ਪਿਆ, ਮੈਂ ਜ਼ਰੂਰ ਉਹਨਾਂ ਦੇ ਬੈਨੀਫਿਟ ਟੇਕ ਐਡਵਾਂਟੇਜ ਕੀਤਾ, ਕਿਉਂਕਿ ਤਾਂ ਹੀ ਤਾਂ ਆਪਾਂ ਇੰਸ਼ੋਰੈਂਸ ਦਿੰਦੇ ਹਾਂ, ਬਿਲਕੁਲ, ਰਾਈਟ। ਸੋ ਕਈ ਵਾਰੀ ਇਸ ਤਰ੍ਹਾਂ ਆਈ ਨੋ ਤੁਸੀਂ ਆਉਂਦੇ ਸੀ ਪਹਿਲਾਂ ਵੀ, ਕਈ ਲੋਕੀ ਐਡਵਾਂਟੇਜ ਟੇਕ ਕਰਦੇ ਆ, ਪਰ ਕਈ ਵਾਰੀ ਤੁਹਾਨੂੰ ਜਿਹੜੇ ਬੈਨੀਫਿਟ ਹੈਗੇ ਉਹਨਾਂ ਦੇ ਐਡਵਾਂਟੇਜ ਵੀ ਟੇਕ ਕਰਨਾ ਚਾਹੀਦਾ ਟੂ ਦ ਐਕਸਟੈਂਟ ਇਫ ਤੁਹਾਨੂੰ ਚਾਹੀਦੇ ਨੇ। ਨਹੀਂ, ਉਹ ਸਵਾਲ ਇਹੀ ਸੀ ਨਾ ਮੇਰਾ ਪਹਿਲਾਂ ਕਿ ਕਈ ਵਾਰੀ ਬਿਨਾਂ ਗੱਲ ਤੋਂ ਹੀ ਆਪਾਂ ਉਸ ਚੀਜ਼ ਨੂੰ ਲੈਣਾ ਚਾਹੁੰਦੇ ਆ ਕਿ ਜਦੋਂ ਆਪਾਂ ਕਹਿੰਦੇ ਆ ਨਾ ਵੀ ਇਹ ਅਸਲ ਦੇ ਵਿੱਚ ਜਿਹੜੀ ਚੀਜ਼ ਨਹੀਂ ਵੀ ਹੋਈ ਹੁੰਦੀ, ਮੰਨ ਲਓ ਕਿ ਜਿਵੇਂ ਕੋਈ ਬੰਦਾ ਇੰਟਰਸੈਕਸ਼ਨ ਤੇ ਤੁਰਿਆ ਜਾ ਰਿਹਾ, ਉਹਦੇ ਨਾਲ ਸਿਰਫ ਜਾ ਕੇ ਬੰਪਰ ਟੱਚ ਕਰ ਜਾ, ਸਿਰਫ ਜਸਟ ਟੱਚ, ਔਰ ਉਹ ਜਦੋਂ ਦੇਖਦਾ ਕਿ ਵੀ ਹੁਣ ਵੀ ਮੇਰੀ ਗੱਲ ਬਣ ਸਕਦੀ ਹੈ। ਔਰ ਆਪਾਂ ਇਹ ਇੱਕ ਨਹੀਂ ਹੈ, ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਆਪਾਂ ਦੇਖਣ ਨੂੰ ਮਿਲਿਆ। ਔਰ ਉਹ ਡਿੱਗ ਪੈਂਦਾ, ਡਿੱਗ ਕੇ ਵੀ ਮੇਰਾ ਤਾਂ ਆਹ ਹੋਣ ਲੱਗ ਗਿਆ ਜੀ, ਮੇਰੇ ਤਾਂ ਇਹ ਹੋਣ ਲੱਗ ਗਿਆ, ਮੇਰੇ ਤੋਂ ਬੰਦਾ ਉੱਠਦਾ ਨਹੀਂ ਜਾਂ ਬੰਦਾ 10 ਮਿੰਟ ਲਈ ਇਹੀ ਵੈਸੇ ਹੀ ਬੇਹੋਸ਼ ਹੋ ਜਾਂਦਾ। ਸੋ ਉਦੋਂ ਕਈ ਵਾਰੀ ਉਹਨਾਂ ਦਾ ਜਿਹੜਾ ਮਨਸੂਬਾ ਹੁੰਦਾ ਜਾਂ ਉਹਦੇ ਜ਼ਿਹਨ 'ਚ ਚੱਲ ਰਿਹਾ ਹੁੰਦਾ ਕਿ ਵੀ ਹੁਣ ਮੈਂ ਜਾ ਕੇ ਜਿਹੜਾ ਇੰਸ਼ੋਰੈਂਸ ਤੇ ਬੈਠਾ, ਜਾਂ ਮੈਂ ਹੁਣ ਆਪਣਾ ਬੈਠ ਕੇ ਜਿਹੜਾ ਜਾਂ ਵੈਲਫੇਅਰ ਜਾਂ ਜੋ ਵੀ ਮਤਲਬ ਜੋ ਗਵਰਨਮੈਂਟ ਵੱਲੋਂ ਸਹਾਇਤਾ ਮਿਲਦੀ ਹੈ ਜਾਂ ਇੰਸ਼ੋਰੈਂਸ ਵੱਲੋਂ ਸਹਾਇਤਾ ਮਿਲੂਗੀ ਉਹ ਲਊਂਗਾ। ਇਸ ਤਰ੍ਹਾਂ ਦੇ ਵੀ ਕੇਸਿਸ ਤੁਹਾਡੇ ਸਾਹਮਣੇ ਆਉਂਦੇ ਵੀ ਜਦੋਂ ਐਂਡ ਤੇ ਤੁਸੀਂ ਦੇਖਦੇ ਆ ਵੀ ਕੁਝ ਵੀ ਨਹੀਂ ਨਿਕਲਿਆ ਵਿੱਚੋਂ? ਹਾਂਜੀ, ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਮੈਂ ਇੰਸ਼ੋਰੈਂਸ ਕੰਪਨੀਆਂ ਨਾਲ ਕੰਮ ਕਰਦਾ ਰਿਹਾ CEO ਦੇ ਤੌਰ। ਸੋ ਮੈਨੂੰ ਪਤਾ ਹੈ ਕਿ ਇਫ ਮੈਂ ਇਹਨਾਂ ਦਾ ਕੇਸ ਲਊਂਗਾ ਇਹਦਾ ਕੋਈ ਫਾਇਦਾ ਨਹੀਂ ਹੋਊਗਾ, ਕਿਉਂਕਿ ਜਦੋਂ ਆਪਾਂ ਕੇਸ ਲੈਂਦੇ ਕਿਸੇ ਕਲਾਇੰਟ ਦਾ ਵੀ ਆਪਾਂ ਕੋਈ ਉਹਨਾਂ ਨੂੰ ਚਾਰਜ ਤਾਂ ਕਰ ਦੇਣੀ ਆ, ਸਾਡੀ ਕਮਿਸ਼ਨ ਬੇਸ ਹੁੰਦੀ ਆ। ਸੋ ਇਫ ਕੋਈ ਕੇਸ ਸਾਨੂੰ ਪਤਾ ਆ ਕਿ ਬੰਦਾ ਨਹੀਂ ਸੱਚ ਦੱਸਦਾ ਪਿਆ, ਕਿਉਂਕਿ ਕਈ ਵਾਰੀ ਵਕੀਲ ਨੂੰ ਵੀ ਝੂਠ ਬੋਲਦੇ ਨੇ, ਬਿਲਕੁਲ। ਸੋ ਸਾਨੂੰ ਆਪ ਸੋਚ ਸਮਝ ਕੇ ਦੇਖਣਾ ਪੈਂਦਾ ਕਿ ਅਸੀਂ ਇਸ ਬੰਦੇ ਦਾ ਕੇਸ ਲਈਏ ਜਾਂ ਨਾ ਲਈਏ ਜੀ, ਰਾਈਟ। ਇਹੀ ਚੀਜ਼ ਮੈਂ ਦੇਖਣੀ ਚਾਹੁੰਦਾ ਸੀ। ਔਰ ਹੋਰ ਵੀ ਬਹੁਤ ਸਾਰੇ ਸਵਾਲ ਹੈ ਐਕਸੀਡੈਂਟਸ ਨੂੰ ਲੈ ਕੇ, ਪਰਸਨਲ ਇੰਜਰੀਜ਼ ਨੂੰ ਲੈ ਕੇ, ਹੋਰ ਜੋ ਵੀ ਤੁਹਾਡੀਆਂ ਸਰਵਿਸਿਜ਼ ਤੁਸੀਂ ਕਮਿਊਨਿਟੀ ਨੂੰ ਦੇ ਰਹੇ ਹੋ ਉਹਦੇ ਉੱਪਰ ਚਰਚਾ ਕਰਾਂਗੇ। ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਦੁਬਾਰਾ ਚਰਚਾ ਕਰਦੇ ਹਾਂ। ਸੋ ਦਰਸ਼ਕੋ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਔਰ ਕਿਸੇ ਕਿਸਮ ਦਾ ਤੁਸੀਂ ਸਵਾਲ, ਸੁਝਾਅ ਜਾਂ ਤੁਸੀਂ ਕੋਈ ਜਾਣਕਾਰੀ ਦੇਣੀ ਚਾਹੁੰਦੇ ਆ ਤਾਂ ਤੁਸੀਂ ਕਾਲ ਕਰ ਸਕਦੇ ਆ 905 790 9099 ਦੇ ਉੱਪਰ। ਔਰ ਬ੍ਰੇਕ ਤੋਂ ਬਾਅਦ ਅਸੀਂ ਜਲਦ ਹਾਜ਼ਰ ਹੋਣੇ ਆ। ਤੁਸੀਂ ਸਵਾਲ ਆਪਣੇ ਲਿਖ ਕੇ ਰੱਖੋ। ਸ਼ੁਕਰੀਆ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਰਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਕੀ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ? ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission. Property कोई भी होवे, residential building, commercial spaces, hotels, gas stations, motels and many more. अपनी ड्रीम प्रॉपर्टी लैन लई आज ही संपर्क करो सुनील गर्ग ਨੂੰ 2042920177 ਤੇ। ਸੁਖਵੀਰ ਦੇ ਪੈਸਿਆਂ ਵਾਲੇ ਟਰੱਕ
ਕਿ ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ। ਕਿੱਥੇ ਪਏ ਨੇ ਮੋਦੀ ਦੇ 15 ਲੱਖ? ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ब्रेक तो बाद फिर तो ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਇਆ ਕਰਦੇ ਹਾਂ ਔਰ ਪ੍ਰੋਗਰਾਮ ਦਾ ਜੋ ਸਮਾਂ ਉਹ 7 ਤੋਂ 8 ਹੁੰਦਾ ਹੈ ਔਰ ਤੁਸੀਂ ਆਪਣੇ ਵਿਊਜ਼, ਆਪਣੀ ਫੀਡਬੈਕ, ਆਪਣੇ ਸਵਾਲ, ਆਪਣੇ ਸੁਝਾਅ ਜ਼ਰੂਰ ਦਿਆ ਕਰੋ ਔਰ ਜਿੰਨੇ ਵੀ ਇਸ ਮੰਚ ਤੋਂ ਪ੍ਰੋਗਰਾਮ ਚੱਲ ਰਹੇ ਨੇ ਇਸ ਮਾਧਿਅਮ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਪਹੁੰਚ ਕਰਦੇ ਹਾਂ, ਸਾਡੇ ਗੈਸਟ ਦੀ ਪਹੁੰਚ ਅਸੀਂ ਕਰਵਾਉਂਦੇ ਹਾਂ, ਉਹਨਾਂ ਨੂੰ ਜ਼ਰੂਰ ਹੱਲਾਸ਼ੇਰੀ ਦਿਆ ਕਰੋ ਔਰ ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਹੋਰ ਕੁਝ ਚੰਗਾ ਨਿਖਾਰ ਲਿਆ ਸਕੀਏ ਪ੍ਰੋਗਰਾਮਸ ਦੇ ਵਿੱਚ, ਚੰਗੀ ਜਾਣਕਾਰੀ ਔਰ ਅਵੇਅਰਨੈਸ ਜਿਹੜੀ ਆ ਕਮਿਊਨਿਟੀ ਤੱਕ ਪਹੁੰਚਦੀ ਕਰ ਸਕੀਏ। ਸੋ ਅੱਜ ਇਸੇ ਹੀ ਅਵੇਅਰਨੈਸ ਦੇ ਲੜੀ ਦੇ ਵਿੱਚ ਅੱਜ ਸਾਡੇ ਕੋਲੇ ਨੌਜਵਾਨ ਪੌਲ ਗਿੱਲ ਪਹੁੰਚੇ ਨੇ ਔਰ ਵਕੀਲ ਦੇ ਤੌਰ ਤੇ ਕੰਮ ਕਰ ਰਹੇ ਨੇ, ਇੱਕ ਲਾਇਰਸ ਦੇ ਤੌਰ ਤੇ ਕੰਮ ਕਰ ਰਹੇ ਨੇ ਔਰ ਜਿਹੜੀ ਯੰਗ ਜਨਰੇਸ਼ਨ ਹੈ, ਨੌਜਵਾਨ ਪੀੜ੍ਹੀ ਆ, ਉਹਨਾਂ ਦੇ ਲਈ ਵੀ ਇੱਕ ਇਨਸਪਾਇਰ ਦੇ ਤੌਰ ਤੇ ਇਹ ਕੰਮ ਕਰ ਰਹੇ ਨੇ, ਦਿਖਾ ਰਹੇ ਨੇ ਕਿ ਇੱਕ ਚੰਗੀ ਰਾਹ ਅਪਣਾਉਣ ਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ। ਸੋ ਇੱਕ ਮੈਂ ਅਨਾਉਂਸਮੈਂਟ ਜਿਹੜੀ ਆ ਜ਼ਰੂਰੀ ਬੇਨਤੀ ਸੂਚਨਾ ਉਹ ਤੁਹਾਡੇ ਤੱਕ ਸ਼ੇਅਰ ਕਰ ਦੇਵਾਂ। 500 ਤੋਂ ਲੈ ਕੇ $1000 ਤੱਕ ਜਿਹੜਾ ਕੈਸ਼ ਹੈ ਉਹ ਸਾਡੇ ਜੋ ਇੱਥੋਂ ਦੇ ਕੁਲੀਗ ਨੇ ਟੋਨੀ ਜੀ ਉਹਨਾਂ ਨੂੰ ਲੱਭੇ ਨੇ ਔਰ ਤੁਸੀਂ ਉਹ ਕੋਈ ਨਿਸ਼ਾਨੀ ਦੱਸ ਕੇ ਆਪਣੇ ਲੈ ਸਕਦੇ ਹੋ। ਨੰਬਰ ਟੋਨੀ ਜੀ ਦਾ ਨੋਟ ਕਰ ਲਓ 416 818 2020 416 818 2020 ਉੱਪਰ ਤੁਸੀਂ ਨਿਸ਼ਾਨੀ ਦੱਸ ਕੇ ਆਪਣੀ ਕੈਸ਼ ਜਿਹੜੀ ਹੈ ਤੁਹਾਡਾ ਕਿਸੇ ਦਾ ਵੀ ਡਿੱਗਿਆ ਉਹ ਲੈ ਸਕਦੇ ਹੋ। ਸਾਡੇ ਸਟੂਡੀਓ ਦੇ ਆਸੇ-ਪਾਸੇ ਦੀ ਗੱਲ ਹੈ, ਹੁਣੇ ਹੀ ਮੈਨੂੰ ਟੋਨੀ ਜੀ ਨੇ ਦੱਸਿਆ ਵੀ ਇਹ ਸੂਚਨਾ ਜ਼ਰੂਰ ਅਨਾਉਂਸ ਕਰ ਦਿਓ। ਸੋ ਉਹਨਾਂ ਨੂੰ ਟੋਨੀ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਆ। 500 ਤੋਂ $1000 ਤੱਕ ਦੀ ਜਿਹੜੀ ਕੈਸ਼ ਮਨੀ ਲੱਭੀ ਹੈ। ਸੋ ਟੋਨੀ ਜੀ ਦਾ ਨੰਬਰ ਇੱਕ ਵਾਰੀ ਨੋਟ ਕਰੋ, ਫਿਰ 416 818 2020 ਉਹਨਾਂ ਦਾ ਨੰਬਰ ਆ। ਆਓ ਫਿਰ ਪੌਲ ਗਿੱਲ ਜੀ ਦੇ ਨਾਲ ਗੱਲ ਕਰਦੇ ਹਾਂ। ਸੋ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਗਿੱਲ ਸਾਹਿਬ, ਇੱਕ ਗੱਲ ਮੈਂ ਜਾਣਨੀ ਚਾਹਣਾ, ਹੋ ਸਕਦਾ ਤੁਹਾਨੂੰ ਇਹਦਾ ਸ਼ਾਇਦ ਮਾਈਂਡ ਵੀ ਹੋਵੇ ਪਰ ਮੈਂ ਦਰਸ਼ਕਾਂ ਤੱਕ ਵੀ ਪਹੁੰਚਾਉਣੀ ਚਾਹਣਾ। ਕਈ ਵਾਰੀ ਅਸੀਂ ਐਡ ਸੁਣਦੇ ਹਾਂ, ਬਹੁਤ ਸਾਰੇ ਵਕੀਲ ਹੈ ਜਿਹੜੇ ਉਹ ਜਿਹੜੀਆਂ ਬੱਸਸ ਹੈ ਜਾਂ ਬਹੁਤ ਸਾਰੇ ਬੋਰਡਾਂ ਦੇ ਉੱਪਰ ਬੋਰਡਸ ਜਿਹੜੇ ਹੋਰਡਿੰਗ ਬੋਰਡ ਦੇ ਉੱਪਰ ਲਿਖਿਆ ਹੁੰਦਾ ਕਿ ਤੁਸੀਂ ਆਪਣਾ ਪਰਸਨਲ ਇੰਜਰੀ ਵਾਲਾ ਜਾਂ ਐਕਸੀਡੈਂਟ ਕੇਸ ਸਾਡੇ ਕੋਲ ਲੈ ਕੇ ਆਓ, ਸਾਡੇ ਕੋਲ ਲੈ ਕੇ ਆਓ, ਅਸੀਂ ਤੁਹਾਡਾ ਕੇਸ 100% ਬਈ ਹਾਂ ਪੱਖੀ ਲਿਆਵਾਂਗੇ ਜਾਂ ਅਸੀਂ ਤੁਹਾਡਾ ਕੇਸ ਜਿੱਤ ਕੇ ਦੇਵਾਂਗੇ ਇੰਸ਼ੋਰੈਂਸ ਤੋਂ, ਤੁਹਾਨੂੰ ਪੇਮੈਂਟ ਮਿਲੂਗੀ, ਪਰ ਅਸੀਂ ਕੀ ਪੇਮੈਂਟ ਉਦੋਂ ਲਵਾਂਗੇ ਜਦੋਂ ਅਸੀਂ ਤੁਹਾਨੂੰ ਕੇਸ ਜਿੱਤ ਕੇ ਦਿੱਤਾ। ਸੋ ਇਹ ਇੱਕ ਕਿਸਮ ਦੀ ਇਹ ਕਹਿ ਲਓ ਵੀ ਬਹੁਤ ਸਾਰੀ ਐਡ ਜਿਹੜੀ ਚੱਲਦੀ ਆ ਭਰਮਾਉਣ ਦੀ ਗੱਲ ਕਰਦੇ ਆ ਕਿ ਜਿਹੜੀਆਂ ਐਕਸੀਡੈਂਟ ਹੋਏ ਹੁੰਦੇ ਆ ਜਾਂ ਕਈ ਵਾਰੀ ਕਹਿ ਲਓ ਕਿ ਮਾਈਨਰ ਇੰਜਰੀ, ਜਿਵੇਂ ਪਹਿਲਾਂ ਮੈਂ ਬ੍ਰੇਕ ਤੋਂ ਪਹਿਲਾਂ ਸਵਾਲ ਕੀਤਾ ਸੀ ਕਿ ਮਾਈਨਰ ਇੰਜਰੀ ਹੁੰਦੀ ਹੈ ਜਾਂ ਹੁੰਦੀ ਨਹੀਂ ਤਾਂ ਉਹ ਵੀ ਉਹਨਾਂ ਵਕੀਲਾਂ ਦੇ ਕੋਲੇ ਜਾਂਦੇ ਆ ਜਾਂ ਉਹਨਾਂ ਵਕੀਲਾਂ ਦੇ ਹੱਥੇ ਚੜ ਜਾਂਦੇ ਆ। ਫਿਰ ਉਹ ਜਦੋਂ ਕਹਿੰਦੇ ਆ ਵੀ ਰੇੜਕਾ ਪਾਇਆ ਜਾਂਦਾ, ਪਾਣੀ 'ਚ ਮਧਾਣੀ ਪਾਈ ਜਾਂਦੀ ਹੈ, ਨਿਕਲਦਾ ਕੁਝ ਵੀ ਨਹੀਂ, ਉਹ ਗੇੜੇ ਵਾਧੂ ਦੇ। ਤੇ ਜਦੋਂ ਜਿਹਦਾ ਸੱਟ ਫੇਟ ਲੱਗੀ ਹੁੰਦੀ ਆ ਉਹਨੂੰ ਐਂ ਹੁੰਦਾ ਕਿਤੇ ਵੀ ਮੈਨੂੰ ਇੰਸ਼ੋਰੈਂਸ ਤੋਂ ਕਾਫੀ ਕੁਝ ਮਿਲ ਜਾਣਾ ਤੇ ਮਿਲਦਾ ਕਈ ਵਾਰੀ ਕੁਝ ਵੀ ਨਹੀਂ। ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਵੀ ਇਹ ਜੋ ਵਕੀਲਸ ਜਾਂ ਜਿਹੜੇ ਲਾਇਰਸ ਹੈਗੇ ਆ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਐਡ ਜਿਹੜੀ ਦਿੱਤੀ ਜਾਂਦੀ ਆ ਕੀ ਉਹ ਵਾਜਬ ਹੈ ਜਾਂ ਨਹੀਂ? Well, basically, ਵਾਜਬ ਹੈ। ਇਹਦਾ ਰੀਜ਼ਨ ਆਹ ਆ ਕਿਉਂਕਿ ਜਿਹੜੀ ਆਪਣੀ ਪਰਸਨਲ ਇੰਜਰੀ ਦੇ ਕੇਸਿਸ ਹੁੰਦੇ ਜਿਹੜੇ ਸਾਡੇ ਕੋਲ ਹੁੰਦੇ ਨੇ ਉਹ ਕੰਟੀਨਜੈਂਸੀ ਫੀ ਤੇ ਹੁੰਦੇ ਨੇ, ਉਹ ਬੇਸਿਕਲੀ ਪਰਸੈਂਟੇਜ ਵਕੀਲ ਲੈਂਦਾ ਆ। ਉਹਦਾ ਕਾਰਨ ਆਹ ਆ ਕਿਉਂਕਿ ਜਿਹੜੇ ਕੋਈ ਕਿਸੇ ਦਾ ਵੀ ਐਕਸੀਡੈਂਟ ਹੋ ਸਕਦਾ,
ਸਟੂਡੈਂਟ ਦਾ ਐਕਸੀਡੈਂਟ ਹੋ ਸਕਦਾ, ਬਜ਼ੁਰਗ ਦਾ ਐਕਸੀਡੈਂਟ ਹੋ ਸਕਦਾ। ਹਰ ਬੰਦੇ ਕੋਲ ਪੈਸੇ ਨਹੀਂ ਹੁੰਦੇ ਵਕੀਲ ਕੋਲ ਜਾਣ ਵਾਸਤੇ। ਹੁਣ ਇੰਸ਼ੋਰੈਂਸ ਕੰਪਨੀਆਂ ਕੋਲ ਤਾਂ ਪੈਸੇ ਹੁੰਦੇ ਨੇ, ਉਹਨਾਂ ਕੋਲ ਵਕੀਲ ਵੀ ਹੁੰਦੇ ਨੇ, ਰਾਈਟ, ਤੇ ਉਹਦੇ ਨਾਲ ਉਹਨਾਂ ਨਾਲ ਜਾ ਕੇ ਫਾਈਟ ਕਰਨਾ ਕਾਫੀ ਪੈਸੇ ਲੱਗ ਸਕਦੇ if ਤੁਸੀਂ ਆਪ ਪੱਲੋਂ ਦੇਣੇ ਹੋਣ, ਰਾਈਟ। ਸੋ ਇਹਦਾ ਪ੍ਰੋਬਲਮ ਇਹਨਾਂ ਦਾ ਸੋਲੂਸ਼ਨ ਆਹੀ ਉਹਨਾਂ ਨੇ ਬਣਾਇਆ ਹੈਗਾ ਆ ਕਿ ਆਪਾਂ ਕੰਟੀਨਜੈਂਸੀ ਫੀ ਲਾ ਕੇ ਕਿ ਤੁਹਾਨੂੰ ਇਸ ਟਾਈਮ ਤੇ ਨਹੀਂ ਸਾਨੂੰ ਪੈਸੇ ਦੇਣੇ ਪੈਂਦੇ। ਸੋ ਜਿਹੜਾ ਵਕੀਲ ਆਪਣੇ ਪੈਸੇ ਇਨਵੈਸਟ ਕਰਕੇ ਕੇਸ ਸ਼ੁਰੂ ਕਰਕੇ, ਕਿਉਂਕਿ ਜਦੋਂ ਕੇਸ ਵਿੱਚ ਤੁਸੀਂ ਫਾਈਲ ਵੀ ਕਰਦੇ ਆ, ਕੋਰਟ ਵਿੱਚ ਜਾ ਕੇ ਵੀ ਫਾਈਲ ਕਰਦੇ ਆ, ਤੁਹਾਡੇ ਟਾਈਮ ਵੀ ਲੱਗਦਾ, ਪੈਸੇ ਵੀ ਲੱਗਦੇ ਆ, ਹਰ ਚੀਜ਼ ਵਿੱਚ ਪੈਸੇ ਲੱਗਦੇ ਨੇ। ਉਹ ਇਹ ਰੀਜ਼ਨ ਆ ਕਿ ਹਰ ਨੋਰਮਲ ਬੰਦਾ ਵੀ ਹੋਵੇ ਹਨਾ, ਉਹਨੂੰ ਓਪਰਚੁਨਿਟੀ ਦਿੱਤੀ ਜਾਵੇ ਹਨਾ। ਤੁਹਾਡੀ ਇੰਜਰੀਜ਼ ਲੱਗੀਆਂ ਆ, ਤੁਹਾਨੂੰ ਆਹ ਨਾ ਫਿਕਰ ਹੋਵੇ ਕਿ ਹਾਂ ਮੈਨੂੰ ਹੁਣ ਵਕੀਲ ਦੇ ਵੀ ਪੈਸੇ ਦਿੰਦੇ ਹੋਗੇ, ਆਪਾਂ ਕਿੱਦਾਂ ਇੰਸ਼ੋਰੈਂਸ ਕੰਪਨੀ ਨਾਲ ਜਾ ਕੇ ਫਾਈਟ ਕਰੂੰਗੇ। ਸੋ ਬੇਸਿਕਲੀ ਆਹ ਇੰਡਸਟਰੀ ਸਟੈਂਡਰਡ ਹੀ ਕਹਿ ਲਓ ਹਨਾ। ਹੁਣ ਜਿਸ ਤਰ੍ਹਾਂ ਜਿਹੜੇ ਆਪਣੇ ਕਲਾਸ ਐਕਸ਼ਨ ਲਾਸੂਟ ਵੀ ਹੁੰਦੇ ਆ ਵੱਡੀਆਂ ਕੰਪਨੀਆਂ ਨਾਲ ਹਨਾ। ਤੁਸੀਂ ਗੱਡੀ ਬਾਈ ਕੀਤੇ, ਆਈ ਡੋਨਟ ਥਿੰਕ ਪਿਛਲੇ 5 ਸਾਲਾਂ ਪਹਿਲਾਂ ਵੋਲਕਸਵੈਗਨ ਦੇ ਨਾਲ ਕਲਾਸ ਐਕਸ਼ਨ ਲਾਸੂਟ ਹੋਇਆ ਸੀਗਾ। ਜਿਹੜੀਆਂ ਡੀਜ਼ਲ ਗੱਡੀਆਂ ਸੀਗੀਆਂ ਉਹ ਵੀ ਕੰਟੀਨਜੈਂਸੀ ਫੀ ਤੇ ਸੀ, ਰਾਈਟ। ਕੋਈ ਵਕੀਲ ਪੈਸੇ ਨਹੀਂ ਰਾਈਟ ਅਪਫਰੰਟ ਲੈਂਦਾ, ਕਿਉਂਕਿ ਹੁਣ ਕੌਣ ਪੇ ਕਰੂਗਾ ਵਕੀਲ ਨੂੰ ਹਨਾ ਕਿ ਤੁਸੀਂ ਵੋਲਕਸਵੈਗਨ ਦੇ ਨਾਲ ਜਾ ਕੇ ਕੇਸ ਬਿਲਕੁਲ ਕਿਉਂਕਿ ਉਹ ਬਹੁਤ ਵੱਡੀ ਕੰਪਨੀ ਹੈ, ਵੱਡੀ ਕੰਪਨੀ ਹੈ, ਤੁਸੀਂ ਘੰਟੇ ਦੇ ਪੈਸੇ ਦੋਗੇ ਹਨਾ, ਫਿਰ ਤਾਂ ਹੀ ਉਹ ਵਕੀਲ ਕੰਟੀਨਜੈਂਸੀ ਬੇਸਿਸ ਤੇ ਲੈ ਲੈਂਦੇ ਆ। ਹੁਣ ਮੈਂ ਪਹਿਲਾਂ ਵੀ ਕਿਹਾ ਸੀਗਾ, ਕਈ ਵਾਰੀ ਤੁਹਾਨੂੰ ਤਾਂ ਹੀ ਵਕੀਲਾਂ ਨੂੰ ਸੋਚ ਸਮਝ ਕੇ ਵੇਖਣਾ ਪੈਂਦਾ ਕਿ ਕਿਹੜਾ ਮੈਂ ਕੇਸ ਲਵਾਂ ਕਿ ਕਿਹੜਾ ਨਹੀਂ ਲਵਾਂ। ਹੁਣ ਕਈ ਵਾਰੀ ਜਿਹੜੀ ਸਾਡੇ ਕਲਾਇੰਟ ਆਉਂਦੇ ਸਾਨੂੰ ਮਿਲਣ ਕੰਸਲਟੇਸ਼ਨ ਵਾਸਤੇ ਵੀ, ਫ੍ਰੀ ਕੰਸਲਟੇਸ਼ਨ ਵਾਸਤੇ ਵੀ, ਮੈਂ ਕੇਸ ਉਸ ਟਾਈਮ ਤੇ ਅਸੈਸ ਕਰ ਸਕਦਾ, ਜਿੱਦਾਂ ਡਾਕਟਰ ਦੀ ਰਿਪੋਰਟ ਵੇਖ ਕੇ, ਕੋਈ ਇੰਜਰੀਜ਼ ਰਿਪੋਰਟ ਵੇਖ ਕੇ ਕੀ ਹੈਗਾ ਵਾ, ਤੁਹਾਨੂੰ ਕੀ ਦਵਾਂ। ਅਸੀਂ ਕਲਾਇੰਟ ਨੂੰ ਲੀਡ ਨਹੀਂ ਕਰਨਾ ਚਾਹੁੰਦੇ ਹਾਂ ਕਿ ਤੁਹਾਨੂੰ $1,00,000 ਮਿਲ ਜੂਗਾ, $2,00,000 ਮਿਲ ਜੂਗਾ, ਤੇ ਉਹ ਕਲਾਇੰਟ ਦਾ ਵੀ ਟਾਈਮ ਵੇਸਟ ਹੋਈ ਜਾਵੇ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਹੁਣੀ ਗੱਲ ਕੀਤੀ, ਜਦੋਂ ਕੋਈ ਫੈਕਟਰੀ ਦੇ ਵਿੱਚ ਕੋਈ ਬੰਦਾ ਕੰਮ ਕਰ ਰਿਹਾ ਤੇ ਜਾਂ ਇਹ ਕਹਿ ਲਓ ਕਿ ਕੋਈ ਕੰਸਟਰਕਸ਼ਨ ਕੰਪਨੀ ਦੇ ਨਾਲ ਕੋਈ ਬੰਦਾ ਕੰਮ ਕਰ ਰਿਹਾ ਔਰ ਉੱਥੇ ਕੋਈ ਸੱਟ ਫਿੱਟ ਲੱਗ ਜਾਂਦੀ ਉਹਦੇ ਵਰਕਰ ਦੇ, ਤਾਂ ਉਹ ਜਿਹੜਾ ਕੇਸ ਆ ਉਹ ਵੀ ਤੁਸੀਂ ਲੈਂਦੇ ਹੋ, ਜਾਂ ਤੁਸੀਂ ਇਹ ਕੀ ਸਮਝਦੇ ਹੋ ਕਿ ਉਹ ਇੱਕ ਪਰਸਨਲ ਇੰਜਰੀ ਦਾ ਹੀ ਪਾਰਟ ਹੈ? ਸੋ ਉਹ ਪਰਸਨਲ ਇੰਜਰੀ ਦਾ ਪਾਰਟ ਹੁੰਦਾ ਆ, ਪਰ ਜਿਹੜਾ ਉਹ ਕਲੇਮ ਹੁੰਦਾ ਆ ਉਹ ਐਕਚੁਅਲੀ WSIB ਦੇ ਨਾਲ ਹੁੰਦਾ। ਅੱਛਾ। ਕਿਉਂਕਿ ਉਹ ਇੰਪਲੋਇਮੈਂਟ ਤੌਰ ਨਾਲ ਉਹਨਾਂ ਦੀ ਐਕਸੀਡੈਂਟ ਹੋਈ ਸੀ ਹਨਾ, ਤੇ ਇੰਪਲੋਇਮੈਂਟ ਕਰਦੇ ਉਹਨਾਂ ਦਾ ਐਕਸੀਡੈਂਟ ਹੋਇਆ। ਸੋ ਉਹਦਾ ਜਿਸ ਤਰ੍ਹਾਂ ਦੂਸਰਾ ਨਹੀਂ ਐਕਸੀਡੈਂਟ ਹੁੰਦਾ, ਤੁਸੀਂ WSIB ਨਾਲ ਕਲੇਮ ਪਾਉਣਾ ਹੁੰਦਾ। ਸੋ WSIB ਦੇ ਨਾਲ ਵੀ ਡੀਲ ਕਰਨ ਵਾਸਤੇ ਥੋੜਾ ਜਿਹਾ ਔਖਾ ਹੁੰਦਾ, ਉਹ ਨਹੀਂ ਪੈਸੇ ਦੇਣਾ ਚਾਹੁੰਦੇ, ਪੈਸਾ ਕੋਲ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਨਹੀਂ ਦੇਣਾ ਚਾਹੁੰਦੀ, WSIB ਈਵਨ ਗਵਰਨਮੈਂਟ ਵੀ ਹੈਗੀ ਆ, ਉਹ ਨਹੀਂ ਦੇਣਾ ਚਾਹੁੰਦੀ ਪੈਸੇ ਹਨਾ। ਤੇ ਤੁਹਾਨੂੰ ਤਰੀਕੇ ਚਾਹੀਦੇ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਾਨੂੰਨ ਕੀ ਹੈ, ਸਾਡੇ ਕਲਾਇੰਟ ਨੂੰ ਕੀ ਐਂਟਾਈਟਲਮੈਂਟ ਹੈਗੀ ਆ। ਬਹੁਤ ਅੱਛਾ। ਸੋ ਜਦੋਂ ਇਹ ਇਸ ਤਰ੍ਹਾਂ ਦੀ ਕੋਈ ਸੱਟ ਫਿੱਟ ਲੱਗ ਜਾਂਦੀ ਹੈ, ਮੰਨ ਲਓ ਹੁਣ ਬਹੁਤ ਅਸੀਂ ਕਈ ਵਾਰੀ ਦੇਖਦੇ ਹਾਂ ਜਿਹੜੇ ਕੁਛ ਜਿਨ੍ਹਾਂ ਕੋਲੇ ਹਜੇ ਪ੍ਰੋਪਰ ਜਿਹੜਾ ਵਰਕ ਪਰਮਿਟ ਨਹੀਂ ਵੀ ਆਇਆ ਹੁੰਦਾ, ਉਹਨਾਂ ਦੇ ਵਿਚਾਰਿਆਂ ਦੀ ਸੱਟ ਫਿੱਟ ਲੱਗ ਗਈ, ਤਾਂ ਉਹ ਕਈ ਵਾਰੀ ਡਰਦੇ ਇਸ ਲਈ ਨਹੀਂ ਜਾਂਦੇ ਕਿ ਵੀ ਇਹ ਨਾ ਕਹਿ ਦੇਣ ਵੀ ਕੋਈ ਕੰਮ ਇਹ ਵੀ ਬਿਨਾਂ ਪਰਮਿਟ ਤੋਂ ਕਰ ਰਿਹਾ ਸੀ ਜਾਂ ਹੋ ਰਿਹਾ। ਤਾਂ ਉਦੋਂ ਵੀ ਜਿਹੜੇ ਤੁਹਾਡੀ ਕੋਈ ਜ਼ਿੰਮੇਵਾਰੀ ਜਾਂ ਤੁਹਾਡੀ ਡਿਊਟੀਜ਼ ਹੁੰਦੀਆਂ, ਤੁਸੀਂ ਕਿਸ ਤਰੀਕੇ ਦੇ ਨਾਲ ਹੈਂਡਲ ਕਰਦੇ ਜੇ ਅਗਰ ਤੁਹਾਨੂੰ ਇਸ ਤਰ੍ਹਾਂ ਦਾ ਲੱਭੇ? ਵੈਲ ਬੇਸਿਕਲੀ ਇਫ ਕੋਈ ਵੀ ਇੰਪਲੋਇਰ ਇਸ ਤਰ੍ਹਾਂ ਦਾ ਇੰਪਲੋਈ ਰੱਖੇ ਤੇ ਨਾ ਉਹਨੂੰ ਜਿੰਨਾ ਕੈਸ਼ ਤੇ ਰੱਖਿਆ ਹੋਵੇ ਜਾਂ ਕਿਸ ਤਰ੍ਹਾਂ ਵੀ ਰੱਖਿਆ ਹੋਊਗਾ ਹਨਾ, ਉਹ ਆਬਵੀਅਸਲੀ ਇਲੀਗਲ ਆ, ਰਾਈਟ। ਸੋ ਤੁਸੀਂ ਸ਼ਾਇਦ ਉਹਨਾਂ ਨੂੰ ਪਰਸਨਲੀ ਸੂ ਕਰ ਸਕਦੇ ਆ ਜਾਂ ਬਿਜ਼ਨਸ ਨੂੰ ਸੂ ਕਰ ਸਕਦੇ ਆ, ਪਰ ਆਪਣੇ ਦੂਜੇ ਜਿਹੜੀ WSIB ਆ ਉਹ ਇਸ ਤਰ੍ਹਾਂ ਵੀ ਲੇਬਰ ਜਿਹੜੀ ਆਪਣੀ ਹੈਗੀ ਆ ਗਵਰਨਮੈਂਟ ਦੀ, ਉਹ ਵੀ ਆ ਕੇ ਅਸੈਸਮੈਂਟ ਕਰਦੀ ਹੈ ਕਿ ਤੁਹਾਡਾ ਜਿਹੜੀ ਵਰਕ ਪਲੇਸ ਸੀਗੀ ਸੇਫ ਸੀਗੀ, ਰਾਈਟ। ਆਪਾਂ ਪਹਿਲਾਂ ਵੀ ਕਾਫੀ ਵਾਰੀਆਂ ਕੇਸਿਸ ਸੁਣੀਆਂ ਹੈਗੀਆਂ ਵਾ, ਜਿਹੜੇ ਆਪਣੇ ਸਟੂਡੈਂਟ ਵੀ ਕੰਮ ਕਰਦੇ ਆ ਬੇਕਰੀਆਂ 'ਚ ਜਾਂ ਹੋਰ ਕੰਪਨੀਆਂ ਵਾਸਤੇ, ਜਿੱਥੇ ਉਹਨਾਂ ਨਾਲ ਸੇਫ ਇਨਵਾਇਰਨਮੈਂਟ ਨਹੀਂ ਹੁੰਦਾ, ਰਾਈਟ। ਹੁਣ ਸਟੂਡੈਂਟ ਨੂੰ ਤਾਂ ਪੈਸਾ ਚਾਹੀਦਾ ਆ, ਉਹ ਨਵੇਂ ਆਏ ਆ ਕੰਟਰੀ ਵਿੱਚ ਤੇ ਉਹਨਾਂ ਕੋਲ ਨਾ ਕੋਈ ਫੈਮਿਲੀ ਹੁੰਦੀ ਇੱਥੇ, ਤੇ ਉਹ ਕੰਮ ਕਰਨ ਵਾਸਤੇ ਕੁਝ ਵੀ ਕਰ ਸਕਦੇ ਆ, ਤੇ ਜਿਹੜੇ ਇੰਪਲੋਇਰ ਹੁੰਦੇ ਕਈ ਵਾਰੀ ਉਹਨਾਂ ਵਾਸਤੇ ਐਡਵਾਂਟੇਜ ਟੇਕ ਕਰਦੇ ਨੇ, ਪਰ ਉਹ ਆਹ ਨਹੀਂ ਸਮਝਦੇ ਕਿ ਜਿਹੜਾ ਐਡਵਾਂਟੇਜ ਟੇਕ ਕਰਦੇ ਆ ਉਹਦੇ ਵਿੱਚ ਰਿਸਕ ਵੀ ਬਹੁਤ ਹੁੰਦੇ ਨੇ, ਨਾ ਕਿ ਉਹਨਾਂ ਨੇ WSIB ਦੀ ਇੰਸ਼ੋਰੈਂਸ ਲਈ ਹੁੰਦੀ ਆ ਉਹਨਾਂ ਵਾਸਤੇ, ਤੇ ਉਹ ਬੰਦਾ ਡਿੱਗ ਜਾਵੇ ਜਾਂ ਕੁਝ ਵੀ ਹੋ ਜਾਵੇ ਉਹਨੂੰ ਹਨਾ, ਉਹ ਆਪ ਜ਼ਿੰਮੇਵਾਰ ਆ, ਤੇ ਬਾਅਦ ਵਿੱਚ WSIB ਉਹਨਾਂ ਨੂੰ ਵੀ ਆ ਕੇ ਪੈਨਲਟੀ ਪਾ ਸਕਦੀ ਆ, ਫੀ ਪਾ ਸਕਦੀ ਆ ਇੰਪਲੋਇਰ ਨੂੰ। ਹਾਂਜੀ। ਸੋ ਜਦੋਂ ਆਪਾਂ ਦੇਖਦੇ ਹਾਂ ਇੰਪਲੋਇਰ ਨੂੰ ਜਦੋਂ ਮੰਨਿਆ ਕਿ ਪੈਨਲਟੀ ਪੈ ਗਈ ਹੈ, ਪਰ ਦੂਜੇ ਪਾਸੇ ਇੰਪਲਾਈ ਨੂੰ ਵੀ ਤਾਂ ਸਵਾਲ ਪੁੱਛੇ ਜਾਣਗੇ ਨਾ ਵੀ ਜਦੋਂ ਤੈਨੂੰ ਪਤਾ ਸੀ ਵੀ ਤੇਰੇ ਕੋਲੇ ਕੋਈ ਪੇਪਰ ਹੈ ਨਹੀਂ ਆ ਜਾਂ ਤੂੰ ਪਰਮਿਟ ਜਾਂ ਤੂੰ ਇਲੀਗਲ ਕੰਮ ਕਰ ਰਿਹਾ, ਤਾਂ ਤੂੰ ਵੀ ਤਾਂ ਉਹ ਨਾਲ ਜ਼ਿੰਮੇਵਾਰ ਹੀ ਹੈਗਾ ਉਹਨਾਂ। ਹਾਂਜੀ, ਉਹਨੂੰ ਜ਼ਿੰਮੇਵਾਰ ਰੱਖੋਗੇ, ਪਰ ਜਿਹੜਾ ਇੰਪਲੋਇਰ ਆ ਉਹਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਉਹ ਜ਼ਿਆਦਾ ਹੁੰਦੀ ਹੈ। ਅੱਛਾ, ਵੀ ਕਿਉਂ ਤੁਸੀਂ ਹਾਇਰ ਕੀਤਾ ਹੁਣ ਦੇਖੋ, ਤੇ ਨਾਲ ਉਹਦਾ ਰਿਸਕ ਵੀ ਹਾਇਰ ਹੁੰਦਾ। ਜਿਹੜੇ ਬੰਦੇ ਨੇ ਕੰਮ ਚਲਾਇਆ ਹੁੰਦਾ, ਉਹਨੇ ਮਿਹਨਤ ਕੀਤੀ ਹੁੰਦੀ, ਉਹਨਾਂ ਦਾ ਬਿਜ਼ਨਸ ਚੱਲਦਾ ਹੋਊਗਾ, ਉਹਨਾਂ ਦੇ
ਥੱਲੇ ਐਸੈਟਸ ਵੀ ਹੁੰਦੇ, ਪ੍ਰਾਪਰਟੀ ਵੀ ਹੁੰਦੀ ਆ ਜਿਹੜੀ ਆਪਣੀ ਉਹ ਰਿਸਕ ਕਰ ਸਕਦੇ ਆ, ਜਾਂਦੀ ਲੱਗ ਸਕਦੀ ਆ ਜੀ। ਸੋ ਪਿਛਲੇ ਦਿਨੀ ਜਿਵੇਂ ਆਪਾਂ ਪੈਂਡੈਮਿਕ ਦੀ ਗੱਲ ਕਰਦੇ ਹਾਂ, ਹੁਣ ਵੀ ਪੈਂਡੈਮਿਕ ਦੇ ਦੌਰ ਦੇ ਵਿੱਚੋਂ ਅਸੀਂ ਨਿਕਲ ਰਹੇ ਹਾਂ, ਪਰ ਫਿਰ ਵੀ ਜੇ ਓਨਟਾਰੀਓ ਦੀ ਗੱਲ ਕਰੀਏ ਤਾਂ ਅਸੀਂ ਜਿਹੜੀ ਥਰਡ ਸਟੇਜ ਹੈ ਜਾਂ ਥਰਡ ਦੇ ਵਿੱਚ ਅਸੀਂ ਇੰਟਰ ਹੋਣ ਜਾ ਰਹੇ ਹਾਂ। ਤੁਸੀਂ ਵੀ ਦੇਖਿਆ ਹੋਣਾ ਬਹੁਤ ਸਾਰੇ ਨਿਊਜ਼, ਬਹੁਤ ਸਾਰਾ ਜਿਹੜਾ ਇਹ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਹੈ ਜਾਂ ਸਾਹਮਣੇ ਆਏ ਆ, ਗਿਣਤੀ ਵੀ ਕਿ ਘਰੇਲੂ ਹਿੰਸਾ ਜਿਹੜੀ ਹੈ ਉਹ ਵਧੀ ਆ, ਘਰਾਂ ਦੇ ਵਿੱਚ ਜਿਹੜੇ ਝਗੜੇ ਸੀ ਉਹ ਵਧੇ ਆ, ਔਰ ਉਸ ਝਗੜਿਆਂ ਦੇ ਕਰਕੇ ਬਹੁਤ ਸਾਰੇ ਇੱਕ ਦੂਜੇ ਨੂੰ, ਚਾਹੇ ਆਪਾਂ ਜਿਹੜੇ ਆਪਸ ਦੇ ਵਿੱਚ ਲਾਈਫ ਪਾਰਟਨਰ ਹੈ ਉਹਨਾਂ ਨੂੰ ਵੀ ਸੱਟਾਂ ਲੱਗੀਆਂ, ਚਾਹੇ ਕਿਸੇ ਵੀ ਕਿਸਮ ਦਾ ਹੋਈ ਜੀ, ਸੱਟ ਫੇਟ ਲੱਗੀ ਆ, ਬੱਚਿਆਂ ਨੂੰ ਵੀ ਕਈ ਵਾਰੀ ਉਹ ਜਿਹੜੀ ਸੱਟ ਫੇਟ ਲੱਗੀ ਆ ਜਾਂ ਕਿਸੇ ਕਿਸਮ ਦਾ ਨੁਕਸਾਨ ਪਹੁੰਚਿਆ ਫਿਜ਼ੀਕਲੀ ਇਸ ਘਰੇਲੂ ਝਗੜੇ ਕਰਕੇ, ਤਾਂ ਉਹਦੇ ਲਈ ਕੌਣ, ਜਿਹੜੀ ਇੰਸ਼ੋਰੈਂਸ ਦੀ ਗੱਲ ਕਰੀਏ ਜਾਂ ਹੋਰ ਕਿਹੜੀ ਸੰਸਥਾ ਉਹਨਾਂ ਨੂੰ ਉਹ ਜਿਹੜੀ ਇਲਾਜ ਜਾਂ ਉਸ ਸੱਟ ਫੇਟ ਨੂੰ ਕਵਰ ਕਰਦੀ ਹੈ? ਸੋ ਤੁਸੀਂ ਘਰ ਜਿੱਦਾਂ ਡੋਮੈਸਟਿਕ ਵਾਇਲੈਂਸ, ਤੁਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰ ਰਿਹਾ ਮੈਂ, ਤਾਂ ਡੋਮੈਸਟਿਕ ਵਾਇਲੈਂਸ ਦੇ ਦੌਰਾਨ ਅਗਰ ਕਿਸੇ ਦੇ ਸੱਟ ਫੇਟ ਲੱਗ ਜਾਂਦੀ ਹੈ, ਚਾਹੇ ਉਹ ਬੱਚੇ ਹੋਣ ਚਾਹੇ ਉਹ ਦੋਨੇ ਅਡਲਟ ਜਿਵੇਂ ਮੀਆਂ ਬੀਬੀ ਕਹਿ ਲਓ, ਤਾਂ ਉਹਨਾਂ ਦੀਆਂ ਸੱਟ ਫੇਟ ਨੂੰ ਉਹ ਜੋ ਕੇਸ ਪੁਲਿਸ ਤੱਕ ਵੀ ਪਹੁੰਚ ਜਾਂਦਾ, ਤਾਂ ਉਹਨੂੰ ਕੌਣ ਕਵਰ ਕਰਦਾ? ਜੇ ਅਗਰ ਉਹ ਜੇ ਕਹਿ ਲਓ ਕਿ ਵੀ ਉਹ ਲਾਈਫ ਦੇ ਲਈ ਉਹ ਬੰਦਾ ਪੈ ਗਿਆ ਬੈੱਡ ਤੇ, ਉਹ ਤਾਂ ਫਿਰ ਜਿਹੜੇ ਬੰਦੇ ਨੇ ਸੱਟ ਮਾਰੀ ਸੀ ਉਹੀ ਕਵਰ ਕਰੇਗਾ ਨਾ। ਨਹੀਂ, ਪਰ ਉਹਦੇ ਲਈ ਮੈਂ ਕਹਿੰਦਾ ਵੀ ਉਹਨੂੰ ਕੇਸ ਲੜਨਾ ਪਏਗਾ। ਇੰਸ਼ੋਰੈਂਸ ਨਹੀਂ ਹੁੰਦੀ ਹੈ, ਕੇਸ ਲੜਨਾ ਪਵੇਗਾ। ਤੁਸੀਂ ਆਬਵੀਅਸਲੀ ਕੇਸ ਜਿਹੜਾ ਆਪਣਾ ਕ੍ਰਿਮੀਨਲ ਕੇਸ ਹੁੰਦਾ ਆ ਉਹ ਤਾਂ ਵੱਖਰਾ ਹੁੰਦਾ, ਉਹ ਬੰਦਾ ਕ੍ਰਿਮੀਨਲ ਕੋਰਟ ਦੇ ਥੱਲੇ ਚਾਰਜ ਹੋ ਗਿਆ ਨਾ, ਜਿਵੇਂ ਅਸਾਲਟ ਵਾਸਤੇ ਜਾਂ ਬੈਟਰੀ ਵਾਸਤੇ, ਕਿਸੇ ਚੀਜ਼ ਵਾਸਤੇ। ਪਰ ਜਿਹੜੀ ਤੁਹਾਨੂੰ ਇੰਜਰੀ ਲੱਗੀ ਹੈ ਜਿਹੜਾ ਤੁਸੀਂ ਹੁਣ ਕੰਮ ਨਹੀਂ ਕਰ ਸਕਦੇ ਉਹਦੇ ਕਰਕੇ, ਉਹ if ਤੁਸੀਂ ਕੋਈ ਨਾ ਕੋਈ ਕੰਪਨਸੇਸ਼ਨ ਉਹਦੇ ਵਾਸਤੇ ਚਾਹੁੰਦੇ ਆ, ਫਿਰ ਤੁਸੀਂ ਉਹ ਬੰਦੇ ਨੂੰ ਪਰਸਨਲੀ ਸੂ ਕਰੋਗੇ ਤੇ ਹੋਪਫੁਲੀ ਉਸ ਬੰਦੇ ਕੋਲ ਪੈਸੇ ਹੋਣ ਤੁਹਾਨੂੰ ਦੇਣ ਵਾਸਤੇ, ਫਿਰ ਹੀ ਫਾਇਦਾ ਹੋਊਗਾ। ਮਤਲਬ ਜੇ ਉਹਦੇ ਕੋਲੇ ਪੈਸੇ ਐਸੈਟਸ ਕੋਈ ਹੈਗੇ ਆ, ਜਾਂ ਇਹ ਕਹ ਲਓ ਕਿ ਉਹਦੇ ਕੋਲ ਚੰਗੀ ਕੋਈ ਜੌਬ ਹੈ ਜਾਂ ਬਿਜ਼ਨਸ ਹੈਗਾ, ਤਾਂ ਤੁਸੀਂ ਉਹਨੂੰ ਸੂ ਕਰ ਸਕਦੇ ਆ। ਜੇ ਨਹੀਂ ਹੈਗੇ ਤਾਂ ਵੀ ਸੂ ਕਰ ਦੋ, ਤਾਂ ਤੁਹਾਨੂੰ ਕੁਝ ਮਿਲਣਾ ਤਾਂ ਹੈ ਨਹੀਂ। ਇਹ ਵੀ ਹੈ, ਕਿਉਂਕਿ ਜਦੋਂ ਫਿਰ ਵਕੀਲ ਨੇ ਪੁੱਛਗਿੱਛ ਕਰਨੀ ਹੈ, ਜਦੋਂ ਕੋਈ ਪੱਲੇ ਹੀ ਨਹੀਂ ਕੁਛ, ਤਾਂ ਫਿਰ ਉਹ ਤੁਹਾਨੂੰ ਕੀ ਦੇਗਾ? ਫਿਰ ਉਹਦਾ ਕੀ ਫਾਇਦਾ ਹੋਊਗਾ ਜੀ। ਜੀ ਸੋ ਹਾਂਜੀ, ਸੋ ਇਸ ਤਰ੍ਹਾਂ ਦੇ ਜਿਹੜੇ ਹੋਰ ਮੈਂ ਇੱਕ ਦੋ ਜਿਹੜੇ ਸਵਾਲ ਤੁਹਾਨੂੰ ਪੁੱਛਣੇ ਚਾਹਣਾ, ਜਿਹੜੇ ਜਿਵੇਂ ਆਪਾਂ ਯੂਥ ਦੇ ਜੋ ਇਸ਼ੂਜ਼ ਹੈਗੇ ਆ, ਜਿਵੇਂ ਬੱਚਿਆਂ ਦੇ ਵਿੱਚ ਨਾ ਅੱਜ ਕੱਲ੍ਹ ਮੈਂ ਨੌਜਵਾਨ ਵਾਰ-ਵਾਰ ਮੈਂ ਅਨਾਊਂਸ ਇਸ ਲਈ ਕਰ ਰਿਹਾ ਕਿ ਤੁਹਾਡੇ ਤੋਂ ਇੰਸਪਾਇਰ ਹੋ ਕੇ ਜਿਹੜੇ ਪ੍ਰੋਗਰਾਮ ਸਾਡਾ ਦੇਖ ਰਹੇ ਨੇ ਬੱਚੇ ਨੇ, ਚਾਹੇ ਯੂਥ ਹੈ ਚਾਹੇ ਨੌਜਵਾਨ ਪੀੜ੍ਹੀ ਜੋ ਵੀ ਹੈ, ਅੱਜ ਕੱਲ੍ਹ ਉਤਸ਼ਾਹ ਦੀ ਬੜੀ ਕਮੀ ਆ, ਉਤਸ਼ਾਹ ਨਹੀਂ ਹੈਗਾ, ਮਤਲਬ ਪ੍ਰੋਗਰੈਸਿਵ ਸੋਚ ਨਹੀਂ ਹੈਗੀ, ਅੱਗੇ ਵਧਣ ਦੀ ਜਿਹੜੀ ਉਹ ਸਮਰੱਥਾ ਜਿਹੜੀ ਪਹਿਲਾਂ ਹੁੰਦੀ ਸੀ ਉਹ ਨਜ਼ਰ ਨਹੀਂ ਆ ਰਹੀ। ਉਹਦਾ ਕਾਰਨ ਕੀ ਹੈ, ਤੁਸੀਂ ਕੀ ਸਮਝਦੇ ਹੋ? ਆਈ ਥਿੰਕ ਦੇਖੋ, ਹੁਣ ਆਪਾਂ ਵੀ ਇੱਥੇ ਜੰਪ ਵਾਲੇ ਹਾਂ, ਰਾਈਟ? ਹੁਣ ਆਪਾਂ ਵੀ ਹਾਈ ਸਕੂਲ ਇੱਥੇ ਗਏ, ਮਿਡਲ ਸਕੂਲ ਇੱਥੇ ਗਏ, ਰਾਈਟ? ਤੇ ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਮੇਰਾ ਆਲਵੇਜ਼ ਗੋਲ ਆਹੀ ਸੀਗਾ ਕਿ ਮੈਂ ਕੁਛ ਨਾ ਕੁਛ ਬਣਾ, ਰਾਈਟ? ਸਾਡਾ ਵੀ ਥੋੜ੍ਹਾ ਜਿਹਾ ਹੁੰਦਾ ਵਾ ਟਾਈਮ ਕਿ ਆਪਾਂ ਵੀ ਇੰਜੋਇਮੈਂਟ ਕਰੀਏ ਨਾਲ, ਫਰੈਂਡਾਂ ਨਾਲ ਘੁੰਮੀਏ ਫਿਰੀਏ, ਰਾਈਟ? ਪਰ ਆਈ ਥਿੰਕ ਜਿਹੜੀ ਮੋਟੀਵੇਸ਼ਨ ਹੈ ਨਾ ਉਹ ਆਪਣੇ ਵੱਲੋਂ ਹੁੰਦੀ ਆ, ਰਾਈਟ? ਜਿੱਦਾਂ ਹੁਣ ਕਈ ਵਾਰੀ ਮੰਮੀ ਡੈਡੀ ਹੁੰਦੇ ਉਹ ਚਲੋ ਕਹਿ ਦਿੰਦੇ ਆ ਕਿ ਤੂੰ ਆਪਣਾ ਕੋਈ ਨਾ ਕੋਈ ਲਾਈਫ ਬਣਾ ਲਾ, ਪਰ ਜਦੋਂ ਤੱਕ ਤੁਹਾਨੂੰ ਰਿਸਪੌਂਸਿਬਿਲਿਟੀ ਨਹੀਂ ਹੁੰਦੀ, ਤੁਸੀਂ ਵੇਖਦੇ ਨਹੀਂ ਆ ਕਿ ਤੁਹਾਡੇ ਕੋਲ ਕਿੰਨੀ ਓਪਰਚੁਨਿਟੀ ਹੈਗੀ ਆ, ਸਪੈਸ਼ਲੀ ਇਸ ਕੰਟਰੀ ਵਿੱਚ। ਤੁਸੀਂ ਇਮੈਜਿਨ ਹੀ ਕਰ ਸਕਦੇ ਹੈ ਨਾ, ਜਿੰਨਾ the world is yours, right? ਤੁਸੀਂ ਕੁਝ ਵੀ ਕਰ ਸਕਦੇ ਹੋ, ਰਾਈਟ? ਫਿਰ ਤੁਹਾਨੂੰ ਖਿਆਲ ਹੁੰਦਾ ਕਿ ਰਾਈਟ ਮੈਂ ਕਿਉਂ ਨਹੀਂ ਕਰਨਾ, ਫਿਰ ਮੈਂ ਕਿਉਂ ਆਪਣਾ ਟਾਈਮ ਵੇਸਟ ਕਰਨਾ? ਸਾਨੂੰ ਇੰਨੇ ਆਪਸ਼ਨ ਦਿੱਤੇ ਹੈਗੇ ਨੇ ਨਾ, ਜਿੱਦਾਂ ਹੁਣ ਮੇਰੇ ਮੰਮੀ ਡੈਡੀ ਵੀ ਇੱਥੇ ਇਮੀਗ੍ਰੈਂਟ ਹੋਏ ਸੀ ਨਾ, ਉਹਨਾਂ ਨੇ ਆਪਣੀ ਸੈਕਰੀਫਾਈਸਿਸ ਕਿੰਨੀਆਂ ਕੀਤੀਆਂ। ਹੁਣ ਸ਼ਾਇਦ ਮੇਰਾ ਟਾਈਮ ਆਊਗਾ ਨਾ ਉਹਨਾਂ ਨੂੰ ਹੈਲਪ ਕਰਨ ਵਾਸਤੇ, ਸੋ ਮੈਂ ਕਿਸ ਤਰ੍ਹਾਂ ਕਰੂੰਗਾ? ਮੈਂ ਬੇਸਿਕ ਇਨਕਮ ਤੇ ਹੁਣ ਤੁਹਾਨੂੰ ਪਤਾ ਹੀ ਆ ਕਿੰਨੇ ਖਰਚੇ ਹੁੰਦੇ ਆ, ਘਰ ਚਲਾਉਣਾ, ਰਾਈਟ? ਸੌਖਾ ਨਹੀਂ ਆ। ਸੋ ਇਹ ਸੋਚ ਨਾਲ ਤੁਰ ਕੇ ਨਾ ਫਿਰ ਬੰਦੇ ਥੋੜਾ ਜਿਹਾ ਚੇਂਜ ਹੋ ਜਾਂਦਾ। ਜਿਹੜਾ ਬੰਦਾ ਹੁਣ ਯੰਗ ਹੁੰਦਾ ਵਾ ਉਹ ਇਹਨਾਂ ਦੀਆਂ ਗੱਲਾਂ ਨਹੀਂ ਸੋਚਦਾ, ਰਾਈਟ? ਉਹਨਾਂ ਦੀ ਤਾਂ ਹੁੰਦੀ ਆ ਕਿ ਆਪਾਂ ਕੱਲ੍ਹ ਨੂੰ ਕੀ ਇੰਜੋਇਮੈਂਟ ਕਰਨੀ ਆ ਜੀ, ਪਰ ਡਿਪੈਂਡ ਕਰਦਾ ਹੁਣ ਬੰਦਾ ਕੀ ਚੇਂਜ ਹੋ ਜਾਂਦੇ ਕੀ ਨਹੀਂ ਹੁੰਦੇ ਜੀ, ਰਾਈਟ? ਉਹ ਆਈ ਥਿੰਕ ਸਭ ਤੋਂ ਵੱਡੀ ਗੱਲ ਉਹੀ ਹੁੰਦੀ ਹੈ ਜਿਹੜੇ ਨਹੀਂ ਚੇਂਜ ਹੁੰਦੇ। ਸੋ ਨਾਲ ਹੀ ਇਹਦੇ ਨਾਲ ਹੀ ਸਵਾਲ ਜੁੜਦਾ ਕਿ ਜਦੋਂ ਹੁਣ ਆਪਾਂ ਪਹਿਲਾਂ ਵੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਦੇ ਵਿੱਚ ਪੁੱਛਿਆ ਸੀ ਕਿ ਜਦੋਂ ਇਹ ਯੂਥ ਹੈ, ਜਿਵੇਂ ਆਪਾਂ ਕਹਿੰਦੇ ਰਲ ਮਿਲ ਕੇ ਫਿਰ ਜਾਣ ਬੁੱਝ ਕੇ ਇਲੀਗਲ ਕੰਮ ਕਰਨ ਦੀ ਵੀ ਕੋਸ਼ਿਸ਼ ਕਰਦੇ ਆ, ਉਹਦੇ ਬਾਰੇ ਕੀ ਰਾਏ ਤੁਹਾਡੀ? ਹੁਣ ਦੇਖੋ ਕੀ ਕਹਿ ਸਕਦੇ ਆ, ਕਈਆਂ ਦਾ ਮਨ ਆਹੀ ਹੁੰਦਾ ਵਾ ਕਿ ਮੈਂ ਗਲਤ ਕੰਮ ਕਰਨਾ ਹੀ ਕਰਨਾ ਹੈ, ਕੋਈ ਮੈਨੂੰ ਰੋਕ ਨਹੀਂ ਸਕਦਾ। ਕਈਆਂ ਨੂੰ ਇੰਜੋਇਮੈਂਟ ਮਿਲਦੀ ਹੈ ਰੋਂਗ ਕੰਮ ਕਰਨ ਵਾਸਤੇ, ਰਾਈਟ? ਹੁਣ ਆਹ ਸਾਈਕੋਲੋਜੀ ਵਿੱਚ ਆ ਜਾਂਦਾ, ਰਾਈਟ? ਕਈਆਂ ਦੀ ਸਾਈਕੋਲੋਜੀ ਆਹੀ ਹੁੰਦੀ ਹੈ ਕਿ ਮੈਂ
ਗਲਤ ਕੰਮ ਕਰਨਾ ਤੇ ਮੈਨੂੰ ਜ਼ਿਆਦਾ ਫਨ ਆਊਗਾ, ਮੈਨੂੰ ਜ਼ਿਆਦਾ ਅਮਿਊਜ਼ਮੈਂਟ ਮਿਲੂਗੀ ਹਨਾ ਆਹ ਕੰਮ ਕਰਕੇ। ਚੰਗਾ ਕੰਮ ਕਿਉਂ ਕਰਨਾ, ਚੰਗੇ ਕੰਮ ਤਾਂ ਹਰ ਬੰਦਾ ਕਰਦਾ। ਹਾਂ ਮੈਂ ਨੈਗੇਟਿਵ ਕਰਾਂ, ਮੈਂ ਨੈਗੇਟਿਵ ਹੀ ਕਰਾਂ, ਔਰ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਨੈਗੇਟਿਵ ਕਰਕੇ ਖੁਸ਼ੀ ਮਿਲਦੀ ਹੈ। ਸਹੀ ਗੱਲ ਆ, ਇਸ ਤਰ੍ਹਾਂ ਹੀ ਆ। ਸੋ ਜਦੋਂ ਤੁਸੀਂ ਹੁਣ ਪ੍ਰੈਕਟਿਸ ਕਰ ਰਹੇ ਹੋ ਔਰ ਤੁਸੀਂ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਵੀ ਰਹੇ ਹੋ ਔਰ ਤੁਸੀਂ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਡੀਲ ਕੀਤਾ ਤੇ ਹੁਣ ਵੀ ਕਰ ਰਹੇ ਹੋ, ਪਰਸਨਲ ਇੰਜਰੀ ਤੋਂ ਇਲਾਵਾ ਹੋਰ ਕਿਹੜੇ ਜਿਹੜੇ ਹੈ ਤੁਸੀਂ ਪ੍ਰੈਕਟਿਸ ਦੇ ਵਿੱਚ ਲੈ ਕੇ ਆ ਰਹੇ ਹੋ? ਸੋ ਬੇਸਿਕਲੀ ਮੇਰੀ ਐਕਸਪੀਰੀਅੰਸ ਆਹ ਹੈ, ਮੈਂ ਪਰਸਨਲ ਇੰਜਰੀ ਤੋਂ ਐਕਸਪੀਰੀਅੰਸ ਇੰਸ਼ੋਰੈਂਸ ਕੰਪਨੀ ਨਾਲ ਕੰਮ ਕਰਕੇ ਲਿਆ ਸੀਗਾ। ਉਸ ਤੋਂ ਬਾਅਦ ਮੈਂ ਐਕਚੁਅਲੀ 에ਅਰ ਕੈਨੇਡਾ ਦੇ ਪਾਇਲਟ ਨਹੀਂ ਆ, ਉਹਨਾਂ ਦੇ ਨਾਲ ਕੰਮ ਕਰਦਾ ਰਿਹਾ। ਸਾਡੀ ਇਹਨਾਂ ਦੀ ਐਸੋਸੀਏਸ਼ਨ ਹੈਗੀ ਹੈ, ਯੂਨੀਅਨਾਈਜ਼ਡ ਆ। ਸੋ ਜਿਹੜੇ ਉਹਨਾਂ ਦੇ ਕੋਈ ਵੀ ਕੇਸਿਸ ਹੁੰਦੇ ਸੀਗੇ 에ਅਰ ਕੈਨੇਡਾ ਦੇ ਨਾਲ, ਅਸੀਂ ਉਹ ਲੜਦੇ ਰਹੇ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਦੀ ਹੈਲਪ ਬਹੁਤ ਕੀਤੀ ਆ। ਤੇ ਹੁਣ ਮੈਂ ਆਪਣੀ ਜਿਹੜੀ ਪ੍ਰੈਕਟਿਸ ਖੋਲ੍ਹੀ ਆ ਆਪਣੇ ਪਾਰਟਨਰ ਦੇ ਨਾਲ, ਸਾਡਾ ਜਿਹੜਾ ਪ੍ਰੈਕਟਿਸ ਆ ਫੋਕਸ ਕਰਦਾ ਪਰਸਨਲ ਇੰਜਰੀ ਤੇ, ਲਿਟੀਗੇਸ਼ਨ ਤੇ, ਫੈਮਿਲੀ ਲਾਅ ਤੇ ਆਪਣੇ ਪਲੈਨਿੰਗ ਐਂਡ ਡਿਵੈਲਪਮੈਂਟ ਲਾਅ ਤੇ। ਸੋ ਜਿੰਨਾ ਬੇਸਿਕਲੀ ਲੈਂਡ ਸਰਵੈਂਟਸ ਕਰਨੇ ਹਨਾ, ਜਿੰਨਾ ਵੀ ਡੂ ਐਵਰੀਥਿੰਗ ਪ੍ਰੀਟੀ ਮਚ ਇਨ ਦੈਟ ਸੈਂਸ। ਯਾ ਸੋ ਆਪਣਾ ਇੱਕ ਤਾਂ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਜੇ ਕਿਸੇ ਨੇ ਇਸ ਜੋ ਵੀ ਅੱਜ ਅਸੀਂ ਡਿਸਕਸ ਕੀਤਾ ਉਹ ਤੁਹਾਡੇ ਤੱਕ ਅਪਰੋਚ ਕਰਨੀ ਚਾਹੁੰਦੇ ਆ, ਤੁਹਾਡੇ ਤੱਕ ਪਹੁੰਚ ਕਰਨੀ ਚਾਹੁੰਦੇ ਆ, ਤੁਹਾਨੂੰ ਕਿੱਥੇ ਮਿਲ ਸਕਦੇ ਆ, ਕਿਹੜੇ ਨੰਬਰ ਤੇ ਤੁਹਾਨੂੰ ਕੰਟੈਕਟ ਕਰਨਾ ਔਰ ਤੁਹਾਡੀ ਲੋਕੇਸ਼ਨ ਕਿਹੜੀ ਹੈ? ਸ਼ੋਰ, ਮੇਰਾ ਨੰਬਰ ਹੈਗਾ 9058903232 ਤੇ ਸਾਡਾ ਆਫਿਸ ਮਿਸਿਸਾਗਾ ਵਿੱਚ ਲੋਕੇਟਡ ਆ, ਮੈਥਿਸਨ ਇਨ ਹਰਨਟੇਰੀਓ। ਐਡਰੈਸ ਹੈਗਾ 100 ਮੈਥਿਸਨ ਬੋਲੇਵਰਡ ਈਸਟ, ਯੂਨਿਟ 101 ਜੀ। ਸੋ ਗਿੱਲ ਸਾਹਿਬ, ਇੱਕ ਹੋਰ, ਕਿਉਂਕਿ ਆਪਣੇ ਕੋਲੇ 10 ਮਿੰਟ ਹੋਰ ਪਏ ਨੇ, ਮੈਂ 2-3 ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਤੁਸੀਂ ਗੱਲ ਕੀਤੀ ਹੈ ਜਦੋਂ ਯੂਥ ਨੂੰ ਲੈ ਕੇ ਕਿ ਯੂਥ ਦੇ ਕਈ ਵਾਰੀ ਇਹ ਸੋਚਦੇ ਆ ਕਿ ਮੈਂ ਨੈਗੇਟਿਵ, ਕਿਉਂਕਿ ਮੈਂ ਤੁਹਾਡਾ ਬਿਜ਼ਨਸ ਔਰ ਯੂਥ ਦੇ ਬਾਰੇ ਮੈਂ ਪੈਰਲਲ ਟੌਪਿਕ ਇਸ ਲਈ ਸ਼ੁਰੂ ਕੀਤਾ ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਜਾਂ ਇਸ ਤੋਂ ਪ੍ਰੋਗਰਾਮ ਤੋਂ ਬਾਅਦ ਲਿੰਕ ਨੂੰ ਵੀ ਜੇ ਦੇਖਣ ਤਾਂ ਤੁਹਾਡੇ ਤੋਂ ਇੰਸਪਾਇਰ ਹੋ ਕੇ ਕਿ ਵੀ ਛੋਟੀ ਉਮਰ ਦੇ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਜਾ ਸਕਦੀਆਂ। ਸੋ ਯੂਥ ਜਦੋਂ ਆਪਾਂ ਕਹਿੰਦੇ ਵੀ ਨੈਗੇਟਿਵ ਕੰਮ ਕਰਦੇ ਜਾਂ ਤੁਹਾਡੇ ਵੀ ਦੋਸਤ ਹੋਣਗੇ, ਕਿਉਂਕਿ ਤੁਸੀਂ ਇੱਕ ਮੁਕਾਮ ਤੇ ਪਹੁੰਚ ਚੁੱਕੇ ਆ, ਤੁਹਾਡਾ ਗੋਲ ਜੋ ਟਾਰਗੇਟ ਸੀ ਉਹ ਪੂਰਾ ਹੋ ਚੁੱਕਿਆ, ਤੁਹਾਡੇ ਨਾਲ ਦੇ ਜਾਂ ਦੋਸਤ ਮਿੱਤਰ ਕਿੰਨੇ ਕਿਹੋ ਜਿਹੇ ਆ ਜਿਹੜੇ ਹੁਣ ਪਛਤਾਉਂਦੇ ਆ ਕਿ ਯਾਰ ਵੀ ਉਦੋਂ ਪੜ੍ਹ ਲੈਂਦੇ ਜਾਂ ਚੰਗਾ ਕੰਮ ਕਰ ਲੈਂਦੇ ਤਾਂ ਸ਼ਾਇਦ ਤੁਹਾਡੇ ਵਾਂਗੂ ਉਹ ਵਕੀਲ ਬਣੇ ਹੁੰਦੇ? ਹਾਂਜੀ, ਨੋ ਥੈਂਕ ਯੂ ਵੈਰੀ ਮਚ ਰਮਨ ਭਾਜੀ। ਵੈਲ ਬੇਸਿਕਲੀ ਦੇਖੋ ਹਨਾ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀਗਾ ਮੈਂ ਤਾਂ ਜੰਪ ਆ ਲਿਆ ਹਨਾ, ਹੁਣ ਆਪਾਂ ਵੀ ਬਹੁਤ ਫਨ ਕੀਤਾ ਸੀ ਰਾਈਟ, ਪਰ ਤੇ ਮੈਂ ਆਪਣੇ ਗੋਲ ਤੇ ਨਹੀਂ ਪਹੁੰਚਿਆ ਅਜੇ ਤੱਕ ਹਨਾ। ਆਪਾਂ ਜਿਹੜੀ ਮਿਹਨਤ ਕਰੀ ਦੀ ਪੂਰੀ ਹਨਾ, ਕਿਉਂਕਿ ਸਾਡੇ ਜਿਹੜੇ ਗੋਲ ਹੁੰਦੇ ਉਹ ਕਦੀ ਖਤਮ ਇਹ ਤਾਂ ਬਿਲਕੁਲ ਹੋਣੇ ਚਾਹੀਦੇ ਵੀ ਨਹੀਂ, ਫਿਰ ਲਾਈਫ ਬੋਰਿੰਗ ਹੋ ਜਾਂਦੀ। ਬਿਲਕੁਲ ਰਾਈਟ, if ਤੁਸੀਂ ਗੋਲ ਆਪਣੇ ਵੱਡੇ ਰੱਖੋ ਤੇ ਉੱਤੇ ਛੋਟੇ ਗੋਲ ਕਰਕੇ ਪਹੁੰਚੀ ਜਾਓ। ਇੱਕ ਜਿਵੇਂ ਹਰੇਕ ਗੋਲ ਦਾ ਇੱਕ ਸਟੈਪ ਹੁੰਦਾ, ਹੁਣ ਜਿਹੜੇ ਸਟੈਪ ਤੇ ਤੁਸੀਂ ਪਹੁੰਚ ਚੁੱਕੇ ਆ, ਤੁਹਾਡਾ ਨੈਕਸਟ ਸਟੈਪ ਸਟਾਰਟ ਹੋ ਚੁੱਕਿਆ। ਹਾਂਜੀ, ਉਹ ਜੇ ਪਹਿਲਾ ਹੀ ਸਟੈਪ ਤੇ ਅਸੀਂ ਜੇ ਪਹੁੰਚੇ ਆ। ਸੋ ਬੇਸਿਕਲੀ ਆਈ ਥਿੰਕ ਨੰਬਰ 1 ਥਿੰਗ ਜਿਹੜੀ ਆਪਣੀ ਹੁੰਦੀ ਆ ਪ੍ਰੋਬਲਮ, ਜਿਹੜੇ ਸਟੂਡੈਂਟ ਨਹੀਂ ਮੋਟੀਵੇਟਡ ਆ, ਆਈ ਥਿੰਕ ਉਹਨਾਂ ਨੂੰ ਕੋਈ ਮੈਂਟਰ ਨਹੀਂ ਹੈਗਾ ਰਾਈਟ। ਮੈਂਟਰਸ਼ਿਪ ਜਿਸ ਤਰ੍ਹਾਂ ਸਾਡੇ ਕੋਈ ਵੀ ਹੈਗੇ ਵੱਡੇ ਭਰਾ ਜਾਂ ਕੋਈ ਵੀ, ਆਪਾਂ ਉਹਨਾਂ ਤੋਂ ਐਡਵਾਈਸ ਲੈ ਸਕਦੇ ਆ ਕਿ ਆਪਾਂ ਉਹਨਾਂ ਵੱਲ ਵੇਖ ਕੇ ਵੀ ਹਨਾ ਕਿ ਕੀ ਲੋਕ ਕਰ ਸਕਦੇ, ਕਿੱਥੋਂ ਤੱਕ ਪਹੁੰਚ ਸਕਦੇ ਆ। ਐਕਚੁਅਲੀ ਮੈਂ ਵਕੀਲ ਬਣਨ ਤੋਂ ਪਹਿਲਾਂ ਮੈਂ ਬੈਂਕ ਵਿੱਚ ਕੰਮ ਕੀਤਾ ਸੀ almost 6 ਸਾਲ, ਤੇ ਬੈਂਕ ਵਿੱਚ ਕੰਮ ਕਰਕੇ ਮੈਂ ਬਹੁਤ ਐਕਸਪੀਰੀਅੰਸ ਕੀਤਾ। ਤੇ ਇੱਕ ਚੀਜ਼ ਜਿਹੜੀ ਮੈਂ ਜ਼ਿਆਦਾ ਸਿੱਖੀ ਸੀਗੀ ਕਿ ਆਪਣੇ ਕਮਿਊਨਿਟੀ ਵਿੱਚ ਬਹੁਤ ਓਪਰਚੁਨਿਟੀਜ਼ ਹੈਗੀਆਂ ਹੋਰ ਬਿਜ਼ਨੈਸਿਸ ਨੂੰ ਵੀ ਵੇਖ ਕੇ ਜਿਹੜੇ ਐਸਟੈਬਲਿਸ਼ ਹੋ ਚੁੱਕੇ ਨੇ, ਵਧੀਆ ਕੰਮ ਕਰ ਰਹੇ ਨੇ, ਜਿਹੜੇ ਵਧੀਆ ਸਰਵਿਸਿਜ਼ ਜਾਂ ਕੋਈ ਵੀ ਪ੍ਰੋਡਕਟ ਪ੍ਰੋਵਾਈਡ ਕਰਦੇ ਆਪਣੀ ਕਮਿਊਨਿਟੀ ਨੂੰ, ਤੇ ਉੱਥੇ ਤੁਹਾਨੂੰ ਸੋਚ ਹੁੰਦੀ ਹੈ ਕਿ ਆਪਾਂ ਵੀ ਕੁਝ ਵੀ ਕਰ ਸਕਦੇ ਹਾਂ। ਬਿਲਕੁਲ, ਉਹਦੇ ਨਾਲ ਥੋੜਾ ਜਿਹਾ ਮੇਰਾ ਮਨ ਚੇਂਜ ਹੋਇਆ ਸੀਗਾ। ਸੋ ਆਈ ਥਿੰਕ ਬੇਸਿਕਲੀ ਨੰਬਰ 1 ਚੀਜ਼ ਆਹੀ ਹੁੰਦੀ ਹੈ ਕਿ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਤੱਕ ਪਹੁੰਚ ਸਕਦੇ ਤੇ ਕਿੰਨੀ ਓਪਰਚੁਨਿਟੀਆਂ ਹੈਗੀਆਂ ਆ ਜੀ। ਉਹਨਾਂ ਨੂੰ ਜਿੰਨਾ ਕਦੀ ਦੱਸਿਆ ਵੀ ਨਹੀਂ ਗਿਆ, ਪਰ ਜਿੰਨਾ ਮੈਂਟਰਸ਼ਿਪ ਨਹੀਂ ਹੁੰਦੀ ਹਨਾ। ਸੋ ਜ਼ਰੂਰ ਕੋਈ ਵੀ ਨਹੀਂ ਆਉਣਾ ਚਾਹੁੰਦਾ ਵਾ ਕਿ ਮੈਨੂੰ ਬਸ ਫੋਨ ਕਰਨਾ ਚਾਹੁੰਦਾ ਵਾ ਕਿ ਮੈਂ ਕਿੱਦਾਂ ਵਕੀਲ ਬਣਨਾ ਜਾਂ ਕੁਝ ਵੀ ਕਰਾਂ, ਉਹ ਜ਼ਰੂਰ ਮੈਨੂੰ ਕੰਟੈਕਟ ਕਰ ਸਕਦਾ ਵਾ। ਜਿਸ ਤਰ੍ਹਾਂ ਮੈਂ ਆਪਣਾ ਨੰਬਰ ਦਿੱਤਾ ਸੀਗਾ 9058903232। ਤੁਸੀਂ ਕੋਈ ਵੀ ਲਾਇਰ ਵੀ ਬਣਨਾ ਚਾਹੁੰਦਾ ਜਾਂ ਕੋਈ ਐਡਵਾਈਸ ਚਾਹੁੰਦੇ ਆ, ਡੈਫੀਨਿਟਲੀ ਸਾਨੂੰ ਕਾਲ ਕਰੋ। ਤੁਸੀਂ ਹੈਲਪ ਕਰ ਸਕਦੇ, ਜਿਹੜੇ ਸਾਡੇ ਯੰਗਰ ਏਜ ਆ ਜਾਂ ਭੈਣ ਭਰਾ ਵਾ ਉਹਨਾਂ ਨੂੰ ਕੋਈ ਵੀ ਹੈਲਪ ਚਾਹੀਦੀ ਹੈ, ਫਿਰ ਅਸੀਂ ਹੈਲਪ ਦੇਣੀ ਆ। ਬਿਲਕੁਲ, ਜਦੋਂ ਉਹਨਾਂ ਦਾ ਕੋਈ ਮੈਂਟਰ ਨਹੀਂ ਹੈ ਤਾਂ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ। ਸੋ ਪੇਰੈਂਟਸ ਦਾ ਕਿੰਨਾ ਕੁ ਰੋਲ ਹੁੰਦਾ ਜਦੋਂ ਤੁਸੀਂ ਆਪਣੀ ਪੜ੍ਹਾਈ ਕਰ ਰਹੇ ਸੀ ਜਾਂ ਤੁਸੀਂ ਆਪਣਾ ਸਟੱਡੀ ਤੋਂ ਬਾਅਦ ਹੁਣ ਤੁਸੀਂ ਇਸ ਮੁਕਾਮ ਤੇ ਪਹੁੰਚੇ ਆ, ਪੇਰੈਂਟਸ ਦਾ ਤੁਸੀਂ ਕਿੰਨਾ ਕੁ ਰੋਲ ਸਮਝਦੇ ਹੋ ਕਿ ਤੁਹਾਨੂੰ ਉਹ ਜਦੋਂ ਦੇਖੋ ਤੁਸੀਂ ਇੰਜੋਏ ਕੀਤਾ, ਪੇਰੈਂਟਸ ਨੇ ਤੁਹਾਨੂੰ ਕਿਹਾ ਵੀ ਨਹੀਂ ਬਈ ਤੇਰਾ ਹੁਣ ਟਾਈਮ ਪੜ੍ਹਨ ਦਾ, ਤੂੰ ਪੜ੍ਹ, ਤੂੰ ਹੁਣ ਆਹ ਕਰ, ਤੂੰ ਉਹ ਕਰ, ਤੁਸੀਂ ਕੀ ਸਮਝਦੇ ਹੋ ਕਿ ਤੁਹਾਡਾ ਪੇਰੈਂਟਸ ਤੁਹਾਡੇ ਰੋਲ ਮਾਡਲ ਬਣ ਜਾਂਦੇ?
ਜਾਂ ਪੇਰੈਂਟਸ ਡੈਫੀਨਿਟਲੀ ਰੋਲ ਕਾਫੀ ਵੱਡਾ ਪਲੇ ਕਰਦੇ ਆ ਆਪਣੀ ਲਾਈਫ ਵਿੱਚ, ਰਾਈਟ। ਤੁਸੀਂ ਉਹਨਾਂ ਦੇ ਨਾਲ ਰਹਿੰਦੇ ਆ, ਤੁਸੀਂ ਵੇਖਦੇ ਆ ਕਿ ਉਹਨਾਂ ਦੀ ਕਿੱਦਾਂ ਬੋਲ ਚਾਲ ਆ, ਰਾਈਟ। ਸੋ ਜਿਸ ਤਰ੍ਹਾਂ ਵੀ ਉਹਨਾਂ ਨੇ ਕਦੀ ਮੰਮੀ ਡੈਡੀ ਨੇ ਮੇਰਿਆਂ ਨੇ ਕਦੀ ਰੋਕਿਆ ਨਹੀਂ ਸੀਗਾ ਕਿ ਤੂੰ ਕੀ ਕਰਨਾ ਜਾਂ ਕੀ ਨਹੀਂ ਕਰ। ਐਕਚੁਅਲੀ ਉਹਨਾਂ ਨੇ ਕਦੀ ਕਿਹਾ ਨਹੀਂ ਸੀ ਕਿ ਤੂੰ ਜਾ ਕੇ ਵਕੀਲ ਬਣ। ਉਹ ਤਾਂ ਹੈਪੀ ਸੀਗੇ ਜਿਹੜਾ ਵੀ ਮੈਂ ਬੈਂਕ ਵਿੱਚ ਕੰਮ ਕਰਦਾ ਸੀ ਜਾਂ ਕੁਝ ਵੀ ਕਰਦਾ ਸੀ, ਆਹ ਮੇਰੀ ਆਪਣੀ ਚੋਇਸ ਸੀਗੀ, ਹਾਂ, ਜਿਸ ਤਰ੍ਹਾਂ ਮੈਂ ਕਰਨਾ ਚਾਹੁੰਦਾ ਸੀ। ਪਰ ਇਨ ਟਰਮਸ ਆਫ ਕਿੱਦਾਂ ਰੋਲ ਪਲੇ ਕਰਦੇ, ਡੈਫੀਨਿਟਲੀ ਉਹਨਾਂ ਨੂੰ ਤੁਹਾਨੂੰ ਸ਼ੋਅ ਕਰਨਾ ਚਾਹੀਦਾ ਕਿ ਤੁਹਾਡੇ ਕੋਲ ਸਾਰੀਆਂ ਓਪਰਚੁਨਿਟੀਜ਼ ਹੈਗੀਆਂ ਆ, ਕਿਉਂਕਿ ਜਿਹੜੇ ਸਟਰਗਲ ਸੀਗੇ ਉਹ ਤਾਂ ਅੱਗੇ ਉਹ ਸਫਰ ਕਰ ਚੁੱਕੇ, ਉਹਨਾਂ ਨੇ ਕਰ ਲਿਆ ਸਾਰੀ। ਹੁਣ ਤੁਹਾਨੂੰ ਓਪਰਚੁਨਿਟੀ ਆਈ ਹੈ ਕਿ ਤੁਸੀਂ ਕੁਝ ਵੀ ਪਾ ਸਕਦੇ ਆ, ਜਿਹੜਾ ਕੁਝ ਤੁਸੀਂ ਚਾਹੁੰਦੇ ਆ। ਤੇ ਆਹ ਨਹੀਂ ਹੈ ਕਿ ਤੁਸੀਂ ਬਿਜ਼ਨਸ ਕਰੋ ਜਾਂ ਲਾਇਰ ਕਰੋ। ਇਫ ਤੁਹਾਨੂੰ ਪੈਸ਼ਨ ਹੈਗਾ ਵਾ ਮਿਊਜ਼ਿਕ ਵਿੱਚ ਜਾਂ ਪੋਇਟਰੀ ਵਿੱਚ ਜਾਂ ਕੁਝ ਵੀ ਬੁੱਕ ਲਿਖਣ ਵਿੱਚ, ਕੁਝ ਵੀ ਕਰੋ, ਕੋਸ਼ਿਸ਼ ਕਰੋ, ਕਰਨਾ ਜ਼ਰੂਰੀ ਆ ਔਰ ਪੋਜ਼ਿਟਿਵ ਕਰੋ, ਟਾਈਮ ਨਾ ਵੇਸਟ ਕਰੋ। ਉਹਦੇ ਵਿੱਚ ਇਹ ਨਾ ਹੋਵੇ ਕਿ ਤੁਸੀਂ ਨੈਗੇਟਿਵ ਕਰਦੇ ਤੋਂ ਬਾਅਦ ਦੇ ਵਿੱਚ ਪਤਾ ਲੱਗੇ ਵੀ ਜ਼ਿੰਦਗੀ ਦੇ 10-12 ਸਾਲ ਵੀ ਖਰਾਬ ਕਰ ਲਏ ਔਰ ਨਿਕਲਿਆ ਕੁਝ ਵੀ ਨਹੀਂ। ਸੋ ਜਦੋਂ ਪੇਰੈਂਟਸ ਦੀ ਗੱਲ ਕਰਦੇ ਆ ਨਾ, ਵੀ ਪੇਰੈਂਟਸ ਨੂੰ ਅਸੀਂ ਬੱਚੇ ਵਾਚ ਕਰਦੇ, ਤੁਸੀਂ ਵੀ ਕੀ ਕਰਦੇ ਹੋ, ਤੁਸੀਂ ਦੇਖਦੇ ਹੋ ਤੁਹਾਡੇ ਬੱਚੇ ਵੀ ਹੁਣ ਅੱਗੇ ਵਾਚ ਕਰਦੇ ਹੋਣੇ ਆ ਤੁਹਾਨੂੰ ਅੱਗੇ ਜਾ। ਸੋ ਨਜ਼ਰ ਆਉਂਦਾ ਹੈ ਕਿ ਵੀ ਜੋ ਅਸੀਂ ਕਰ ਰਹੇ ਹਾਂ, ਮਤਲਬ ਐਜ਼ ਏ ਪੇਰੈਂਟਸ ਅਸੀਂ ਕਰ ਰਹੇ ਹਾਂ, ਸਾਡੇ ਬੱਚੇ ਵੀ ਉਹਨਾਂ ਕਦਮਾਂ ਦੇ ਵਿੱਚ ਆਪਣੇ ਪੈਰ ਟਿਕਾਉਂਦੇ ਸਾਡੇ ਮਗਰ ਆ ਰਹੇ ਆ। ਜਿਵੇਂ ਅਸੀਂ ਕਰਾਂਗੇ, ਜਿਵੇਂ ਬੋਲਾਂਗੇ, ਜੋ ਅਸੀਂ ਕਰਾਂਗੇ, ਉਹ ਸਾਡੇ ਬੱਚੇ ਉਵੇਂ ਇਨ ਬਿਨ ਉਸ ਨੂੰ ਫੋਲੋ ਕਰਦੇ ਆ। ਸੋ 2-3 ਮਿੰਟ ਸਾਡੇ ਕੋਲੇ ਬਾਕੀ ਹੈ। ਕੋਈ ਕਿਸੇ ਕਿਸਮ ਦਾ ਮੈਸੇਜ ਦੇਣਾ ਚਾਹੁੰਦੇ ਆ, ਤੁਹਾਡੇ ਆਪਣੇ ਬਿਜ਼ਨਸ ਬਾਰੇ ਵੀ ਦੱਸ ਦਿਓ, ਔਰ ਹੋਰ ਕਿਸੇ ਕਿਸਮ ਦੀ ਜਿਹਦੇ ਨਾਲ ਸਾਡੇ ਜਿਹੜੇ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਉਤਸ਼ਾਹ ਮਿਲ ਸਕੇ, ਤੁਸੀਂ 2-3 ਮਿੰਟ ਦੇ ਵਿੱਚ ਆਪਣਾ ਮੈਸੇਜ ਜ਼ਰੂਰ ਦਿਓ। ਸ਼ੋਰ, ਨੋ ਪ੍ਰੋਬਲਮ। ਸੋ ਰਮਨ ਭਾਜੀ ਨੇ ਕਾਫੀ ਵਧੀਆ ਗੱਲਾਂ ਕੀਤੀਆਂ ਹੈਗੀਆਂ ਨੇ ਅੱਜ, ਹਨਾ, ਤੇ ਤੁਸੀਂ ਜ਼ਰੂਰ ਇਹਨਾਂ ਦਾ ਪ੍ਰੋਗਰਾਮ ਵਾਚ ਕਰਦੇ ਰਿਹਾ ਕਰੋ, ਤੇ ਵਧੀਆ ਪ੍ਰੋਗਰਾਮ, ਵਧੀਆ ਆਡੀਅנס ਇਹਨਾਂ ਦੀ ਹੈਗੀ ਆ। ਸੋ ਥੈਂਕ ਯੂ ਵੈਰੀ ਮਚ ਫॉर ਬ੍ਰਿੰਗਿੰਗ ਮੀ ਔਨ ਦ ਸ਼ੋ, ਆਈ ਅਪਰੀਸ਼ੀਏਟ ਇਟ। ਸੋ ਜਿੰਨਾ ਰਮਨ ਨੇ ਆਖਿਆ ਸੀਗਾ, ਸਾਡੀ ਆਪਣੀ ਫਰਮ ਹੈਗੀ ਆ ਚੌਹਾਨ ਐਂਡ ਗਿੱਲ ਲਾਇਰਸ। ਅਸੀਂ ਮਿਸਿਸਾਗਾ ਵਿੱਚ ਸਾਡੀ ਲੋਕੇਸ਼ਨ ਆ, ਤੇ ਤੁਹਾਨੂੰ ਕਦੀ ਵੀ ਜ਼ਰੂਰਤ ਪਵੇ ਲਿਟੀਗੇਸ਼ਨ ਦੀ, ਪਰਸਨਲ ਇੰਜਰੀ ਦੀ, ਰੀਅਲ ਅਸਟੇਟ ਦੀ, ਫੈਮਿਲੀ ਲਾਅ ਦੀ, ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ। ਤੇ ਸਾਡੀ ਫ੍ਰੀ ਕੰਸਲਟੇਸ਼ਨ ਹੁੰਦੀ ਹੈ। ਤੁਸੀਂ ਸਾਨੂੰ ਫੋਨ ਕਰੋ 8905-890-3232। ਤੇ ਵਨਸ ਅਗੇਨ, ਜਿੰਨਾ ਇਹ ਤੋਂ ਬਿਜ਼ਨਸ ਦੀ ਗੱਲ ਛੱਡੋ, ਤੋਂ ਜ਼ਿਆਦਾ ਕੋਈ ਵੀ ਤੁਹਾਨੂੰ, ਤੁਸੀਂ ਯੰਗ ਜਨਰੇਸ਼ਨ ਕਦੀ ਵੀ ਰੀਚ ਆਊਟ ਕਰਨਾ ਚਾਹੁੰਦੇ ਆ, ਸਾਨੂੰ ਮੈਂਟਰਸ਼ਿਪ ਲੈਣਾ ਚਾਹੁੰਦੇ ਆ, ਮੈਂ ਯੂਨੀਵਰਸਿਟੀ ਆਫ ਵਿੰਜ਼ਰ ਗਿਆ ਸੀ, ਤੁਹਾਨੂੰ ਕੋਈ ਵੀ ਪ੍ਰੋਸੈਸ ਦੀ ਗੱਲ ਕੁਐਸਚਨ ਹੈਗੇ ਆ ਕਿ ਕਿੱਦਾਂ ਆਪਾਂ ਵਕੀਲ ਬਣ ਸਕਦੇ ਹਾਂ ਜਾਂ ਹੋਰ ਕਿੱਦਾਂ ਆਪਾਂ ਕੰਮ ਆਪਣਾ ਚਲਾ ਸਕਦੇ ਹਾਂ, ਤੁਸੀਂ ਜ਼ਰੂਰ ਸਾਨੂੰ ਫੋਨ ਕਰੋ ਤੇ ਆਪਣਾ ਪਰਸਨਲ ਟਾਈਮ ਅਸੀਂ ਦੇ ਕੇ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਜੀ। ਬਹੁਤ ਸ਼ੁਕਰੀਆ ਗਿੱਲ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ ਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇੱਕ ਨੌਜਵਾਨ ਦੇ ਨਾਲ ਮੈਂ ਅੱਜ ਇੰਟਰਵਿਊ ਕਰਕੇ, ਕਿਉਂਕਿ ਬਹੁਤ ਜਦੋਂ ਕੈਨੇਡਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਨਾ ਇੱਕ ਸਟੂਡੈਂਟਸ ਨੂੰ ਬੜੇ ਹੀ ਨੈਗੇਟਿਵ ਵੇ ਦੇ ਨਾਲ ਜਾਂ ਨੈਗੇਟਿਵ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਮੈਨੂੰ ਲੱਗਦਾ ਵੀ ਜਿਹੜਾ ਤੁਸੀਂ ਜਿਸ ਮੁਕਾਮ ਤੇ ਪਹੁੰਚ ਚੁੱਕੇ ਆ ਔਰ ਅੱਗੇ ਵੀ ਤੁਹਾਡੇ ਗੋਲ ਕਾਫੀ ਨੇ, ਔਰ ਪ੍ਰਮਾਤਮਾ ਕਰੇ ਤੁਹਾਡੇ ਗੋਲ ਜਿਹੜੇ ਆ ਪੂਰੇ ਹੋਣ। ਇਸ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਸਾਰੇ ਜਿਹੜੀ ਯੰਗ ਜਨਰੇਸ਼ਨ ਹੈ, ਨੌਜਵਾਨ ਪੀੜ੍ਹੀ ਹੈ, ਤੁਹਾਡੇ ਤੋਂ ਇੰਸਪਾਇਰ ਜ਼ਰੂਰ ਹੋਊਗੀ। ਔਰ ਅਗਰ ਕਿਸੇ ਕਿਸਮ ਦੀ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਆ ਜਾਂ ਤੁਸੀਂ ਕੋਈ ਗਾਈਡਲਾਈਨਸ ਲੈਣੀ ਚਾਹੁੰਦੇ ਆ ਤਾਂ ਤੁਸੀਂ, ਜਿਵੇਂ ਇਹਨਾਂ ਨੇ ਪੌਲ ਗਿੱਲ ਨੇ ਆਪਣਾ ਨੰਬਰ ਅਨਾਊਂਸ ਕੀਤਾ, ਕਿਸੇ ਕਿਸਮ ਦੀ ਬਿਜ਼ਨਸ ਦੀ ਗੱਲ ਨਹੀਂ, ਕਿਸੇ ਕਿਸਮ ਦੀ ਕੋਈ ਜਾਣਕਾਰੀ ਜਾਂ ਹੈਲਪ ਲੈਣੀ ਚਾਹੁੰਦੇ ਆ, ਤੁਸੀਂ ਸਟੂਡੈਂਟ ਹੋ, ਇੰਟਰਨੈਸ਼ਨਲ ਸਟੂਡੈਂਟ ਹੋ, ਤਾਂ ਤੁਸੀਂ ਪੌਲ ਗਿੱਲ ਹੋਰਾਂ ਨੂੰ ਕਾਲ ਕਰ ਸਕਦੇ ਹੋ। ਔਰ ਇੱਕ ਵਧੀਆ ਸੋਸ਼ਲ ਐਕਟਿਵਿਸਟ ਤੌਰ 'ਤੇ ਵੀ ਇਹ ਵਧੀਆ ਆਪਣਾ ਰੋਲ ਜਿਹੜਾ ਅਦਾ ਕਰ ਰਿਹਾ, ਕਮਿਊਨਿਟੀ ਨੂੰ ਕਾਫੀ ਚੰਗੀ ਜਿਹੜੀ ਸੇਵਾ ਪ੍ਰਦਾਨ ਕਰ ਰਿਹਾ। ਸੋ ਤੁਹਾਡਾ ਵੀ ਸ਼ੁਕਰੀਆ, ਔਰ ਮੈਂ ਗਿੱਲ ਸਾਹਿਬ ਦਾ ਇੱਕ ਵਾਰ ਫਿਰ ਤੋਂ ਸ਼ੁਕਰੀਆ ਕਰਦਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਅਸੀਂ ਅਜਿਹੇ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਰੂਬਰੂ ਕਰਦੇ ਰਹਾਂਗੇ, ਨਵੇਂ ਵਿਸ਼ੇ, ਫਿਰ ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ। ਸ਼ੁਕਰੀਆ, ਸ਼ੱਬਾ ਖੈਰ, ਘਰਾਂ 'ਚ ਰਹੋ, ਖੁਸ਼ ਰਹੋ, ਧੰਨਵਾਦ। ਥੈਂਕ ਯੂ।